ਗੁਰੂ ਗਰੀਬ ਨਿਵਾਜ ਸ਼ਬਦ ਗੁਰੂ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸਤ ਸੰਗਤ ਰੂਪ ਅੰਦਰ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਮਹਾਨ ਬਰਕਤਮਈ ਅਸਥਾਨ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਇਹ ਅਵਸਰ ਅੱਜ ਅੰਮ੍ਰਿਤ ਵੇਲੇ ਪ੍ਰਾਪਤ ਹੋਇਆ ਹੈ। ਆਪ ਜੀ ਨੇ ਗੁਰਮੁਖ ਪਿਆਰਿਆਂ ਪਾਸੋਂ ਬੜੇ ਅਦਬੋ ਸਤਿਕਾਰ ਸਹਿਤ ਸ੍ਰੀ ਆਸਾ ਜੀ ਕੀ ਵਾਰ ਦਾ ਮਨੋਹਰ ਕੀਰਤਨ ਸਰਵਣ ਕੀਤਾ ਹੈ। ਪਾਵਨ ਦਰਬਾਰ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ ਜੋ ਪਵਿੱਤਰ ਅਸਥਾਨ ਵਿਖੇ ਗੁਰ ਸ਼ਬਦ ਵਿਚਾਰ ਲੜੀਵਾਰ ਕਥਾ ਚੱਲ ਰਹੀ ਹੈ। ਸੋ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਸ਼ਬਦ ਦਾ ਮੂਲ ਪਾਠ ਅਤੀ ਸਤਿਕਾਰ ਅਤੇ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਤਿਨਾਂ ਦੀ ਮੁਕੱਦਸ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ ਹੈ। ਆਓ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਜਿਤਨੇ ਸਰੀਰ ਆਪ ਜੀ ਸਤਿਗੁਰੂ ਜੀ ਦੇ ਹਜ਼ੂਰ ਜੁੜ ਕਰਕੇ ਬੈਠੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਲਾਈਵ ਟੈਲੀਕਾਸਟ ਦੇ ਮਾਧਿਅਮ ਰਾਹੀਂ ਗੁਰੂ ਚਰਨਾਂ ਵਿੱਚ ਸੁਰਤ ਨੂੰ ਜੋੜ ਕਰਕੇ ਬੈਠੇ ਹੋ, ਬਾ ਅਦਬ ਸਾਹਿਬਾਂ ਨੂੰ ਸੀਸ ਝੁਕਾ ਕੇ ਫਤਿਹ ਬੁਲਾਓ। ਅਦਬੋ ਸਤਿਕਾਰ ਸਹਿਤ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਕਿਰਪਾ ਬਖਸ਼ਿਸ਼ ਕੀਤੀ ਹੈ। ਅੱਜ ਦਾ ਇਹ ਪਾਵਨ ਪਵਿੱਤਰ ਸ਼ਬਦ ਆਸਾ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 377 ਉੱਪਰ ਸ਼ੋਭਾਇਮਾਨ ਹੈ। ਇਸ ਪਵਿੱਤਰ ਸ਼ਬਦ ਦੇ ਅੰਦਰ ਜੋ ਸਤਿਗੁਰੂ ਜੀ ਨੇ ਸਾਨੂੰ ਸੁਨੇਹਾ ਬਖਸ਼ਿਸ਼ ਕੀਤਾ ਹੈ ਕਿ ਆਪਾਂ ਨੇ ਕਿਸ ਪ੍ਰਕਾਰ ਸ਼ਬਦ ਦੇ ਅੰਦਰ ਆਪਣੇ ਚਿੱਤ ਨੂੰ ਆਪਣੇ ਮਨ ਨੂੰ ਜੋੜ ਕਰਕੇ ਕਰਤਾ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਣਾ ਹੈ। ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰੂਪੀ ਧਨ ਨੂੰ ਵਿਆਜਣ ਤੋਂ ਵੱਡਾ ਪੁੰਨ ਇਸ ਦੁਨੀਆ ਤੇ ਹੋਰ ਹੈ ਹੀ ਕੋਈ ਨਹੀਂ। ਸਤਿਗੁਰਾਂ ਨੇ ਸ਼ਬਦ ਦੀ ਆਰੰਭਤਾ ਬੜੇ ਪਿਆਰ ਸਹਿਤ ਬੋਲ ਕਹੇ ਆਸਾ ਮਹੱਲਾ ਪੰਜਵਾਂ ਗੁਰ ਕੈ ਸ਼ਬਦ ਬਨਾਵੋ ਇਹੋ ਮਨ। ਆਸਾ ਰਾਗ ਦਾ ਨਾਮ ਮਹੱਲਾ ਪੰਜਵਾਂ ਭਾਵ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ ਸਾਹਿਬ ਆਖ ਰਹੇ ਨੇ ਗੁਰ ਕੈ ਸ਼ਬਦ ਬਨਾਵੋ ਇਹੋ ਮਨ। ਅਕਾਲ ਪੁਰਖ ਵਾਹਿਗੁਰੂ ਜੀ ਨੇ ਬਹੁਤ ਬੇਅੰਤ ਬਖਸ਼ਿਸ਼ ਕੀਤੀ ਤਾਂ ਸਾਨੂੰ ਇਹ ਮਨੁੱਖਾ ਦੇਹ ਬਖਸ਼ੀ। ਇਸ ਦੇਹ ਨੂੰ ਸਾਜਣ ਸਵਾਰਨ ਵਾਲਾ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਆਪ ਹੈ। ਆਪਾਂ ਨਿਤ ਬਾਣੀ ਅੰਦਰ ਬਚਨ ਪੜ੍ਹਦੇ ਹਾਂ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮਹਿ ਜਿਨੇ ਉਬਾਰਿਆ। ਉਸ ਨਿਰੰਕਾਰ ਵਾਹਿਗੁਰੂ ਜੀ ਨੇ ਸਾਡੇ ਤੇ ਪਰਉਪਕਾਰ ਕੀਤਾ ਹੈ ਕਿ ਸਾਡੀ ਇਸ ਸੁੰਦਰ ਦੇਹ ਨੂੰ ਮਾਂ ਦੀ ਕੁੱਖ ਅੰਦਰ ਸੰਭਾਲਣ ਵਾਲਾ ਸਵਾਰਨ ਵਾਲਾ ਉਹ ਨਿਰੰਕਾਰ ਵਾਹਿਗੁਰੂ ਆਪ ਹੈ। ਤੇ ਜਦੋਂ ਇਸ ਸੁੰਦਰ ਦੇਹੀ ਦਾ
ਜਨਮ ਸਰੀਰਕ ਤੌਰ ਦੇ ਉੱਤੇ ਧਰਤੀ ਦੇ ਉੱਪਰ ਹੁੰਦਾ ਹੈ। ਬੇਅੰਤ ਗੁਣਾਂ ਦੇ ਨਾਲ ਲਵਰੇਜ ਕਰਕੇ ਉਸ ਕਰਤਾ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਇਸ ਧਰਤੀ ਤੇ ਭੇਜਿਆ, ਔਰ ਉਹਨਾਂ ਬੇਅੰਤ ਗੁਣਾਂ ਦੇ ਵਿੱਚੋਂ ਇੱਕ ਗੁਣ ਇਹ ਹੈ ਕਿ ਉਸ ਕਰਤਾ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਸ਼ੁਭ ਵਿਚਾਰਾਂ ਦੀ ਦਾਤ ਦਿੱਤੀ ਹੋਈ ਹੈ, ਸਾਨੂੰ ਸੋਚਣ ਦੀ ਤਾਕਤ ਦਿੱਤੀ, ਸਾਨੂੰ ਭਲੇ ਬੁਰੇ ਨੂੰ ਵਿਚਾਰਨ ਦੀ ਸਮਝ ਤੇ ਸੂਝ ਬਖਸ਼ਿਸ਼ ਕੀਤੀ ਹੈ। ਔਰ ਉਸ ਵਿਚਾਰਾਂ ਦੇ ਸੰਗ੍ਰਹਿ ਨੂੰ ਸਾਹਿਬ ਆਖਦੇ ਨੇ ਆਪਾਂ ਨੇ ਸ਼ੁਭ ਰੱਖਣਾ ਹੈ। ਮਨ ਨੂੰ ਸਵਾਰਨ ਦੀ, ਮਨ ਨੂੰ ਬਣਾਉਣ ਦੀ, ਮਨ ਨੂੰ ਘੜਨ ਦੀ ਗੱਲ ਮਹਾਰਾਜ ਜੀ ਨੇ ਅੱਜ ਦੇ ਸ਼ਬਦ ਅੰਦਰ ਕੀਤੀ। ਤਾਂ ਸਾਹਿਬ ਆਖਦੇ ਨੇ ਇਸ ਮਨ ਨੂੰ ਘੜਨਾ ਕਿਵੇਂ ਹੈ, ਨਾਲ ਉਹ ਵੀ ਵਿਧੀ ਦੱਸ ਦਿੱਤੀ। ਕਿਉਂਕਿ ਸਰੀਰ ਘੜਿਆ ਗਿਆ, ਸੰਭਾਲ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਰ ਦਿੱਤੀ। ਸਰੀਰ ਬਾਰੇ ਇਹ ਗੱਲ ਕਹਿ ਦਿੰਦੇ ਆ ਵੀ 5 ਤੱਤਾਂ ਤੋਂ ਸਰੀਰ ਬਣਿਆ ਹੋਇਆ। ਇਸ ਸਰੀਰ ਨੇ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਨਿਤ ਦੀ ਕਿਰਿਆ ਨੂੰ ਨਿਭਾਉਣਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਅਸੀਂ ਸਾਰੇ ਕਲਯੁਗੀ ਜੀਵ ਹਾਂ, ਸੰਸਾਰੀ ਜੀਵ ਹਾਂ। ਅਸੀਂ ਪਰਿਵਾਰ ਦੇ ਅੰਦਰ, ਸਮਾਜ ਦੇ ਅੰਦਰ ਵਿਚਰਦੇ ਹਾਂ, ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹਾਂ। ਅਸੀਂ ਆਪਣੇ ਸਮਾਜ ਦੇ ਹਾਣੀ ਹੋ ਕੇ ਚੱਲਣ ਦਾ ਯਤਨ ਕਰਦੇ ਹਾਂ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ, ਭਲਿਆ ਜਿੱਥੇ ਤੂੰ ਸਮਾਜ ਵਿੱਚ ਵਿਚਰਦਾ ਪਿਆ ਹੈ, ਜਿੱਥੇ ਤੂੰ ਸੰਸਾਰ ਦੇ ਅੰਦਰ ਇਹ ਬਿਰਤੀ, ਇਹ ਭਾਵਨਾ ਰੱਖਦਾ ਹੈ ਕਿ ਮੈਂ ਸਮਾਜ ਦਾ ਹਾਣੀ ਹੋ ਕੇ ਵਿਚਰਾਂ, ਮੈਂ ਸੰਸਾਰ ਦੇ ਵਿੱਚ ਕੁਝ ਭਲੇ ਨੇਕ ਕਰਮ ਕਰਾਂ ਸਮਾਜਿਕ ਤੌਰ ਦੇ ਉੱਤੇ, ਉੱਥੇ ਸ੍ਰੇਸ਼ਟ ਕਰਮ ਇਹ ਹੈ ਕਿ ਗੁਰੂ ਦੇ ਸ਼ਬਦ ਨਾਲ ਜੁੜ ਜਾਵੇਂ। ਗੁਰੂ ਦੇ ਸ਼ਬਦ ਵਿੱਚ ਜੁੜ ਕੇ ਤੇ ਆਪਣੇ ਮਨ ਦੀ ਘਾੜਤ ਨੂੰ ਸੁੰਦਰ ਘੜਨਾ ਹੈ। ਔਰ ਇਹ ਵਚਨ ਕਿਉਂ ਕਹੇ ਗਏ? ਕਿਉਂਕਿ ਇਸ ਮਨ ਦੇ ਵਿੱਚ ਸਤਿਗੁਰੂ ਨੂੰ, ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ। ਗੁਰਬਾਣੀ ਦੀ ਵਿਚਾਰ ਕਦਾਚਿਤ ਵਾਸਤੇ ਵੀ ਕੋਈ ਸ਼ੰਕਾਵਾਦੀ ਨਹੀਂ ਹੋ ਸਕਦੀ। ਜੋ ਹੈ ਇੱਕ ਰਸ ਨਿਰੰਤਰ ਸੱਚ ਹੈ। ਸਾਹਿਬ ਆਖਿਆ ਇਸ ਮਨ ਨੂੰ ਘੜਨ ਦੀ ਜ਼ਰੂਰਤ ਕਿਉਂ ਪਈ? ਤਾਂ ਗੁਰਬਾਣੀ ਵਿੱਚੋਂ ਹੀ ਹਵਾਲਾ ਮਿਲੇਗਾ। ਸਾਹਿਬ ਦਾ ਇੱਕ ਬੋਲ ਪੜ੍ਹਦੇ ਹਾਂ, ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਆ ਸਿਆ। ਸਾਹਿਬ ਆਖਦੇ ਨੇ ਇੱਕ ਵਾਰ ਨਹੀਂ 2 ਵਾਰ ਸਤਿਗੁਰੂ ਨੇ ਲਫ਼ਜ਼ ਜਨਮ ਜਨਮ ਵਰਤਿਆ। ਭਾਵ ਜਨਮਾਂ ਜਨਮਾਂਤਰਾਂ ਤੋਂ ਇਹ ਸਰੀਰ ਬਦਲਦੇ ਰਹੇ, ਆਤਮਾ ਉਹੀ ਹੈ, ਸਰੀਰਾਂ ਦਾ ਸਮੇਂ ਸਮੇਂ ਤੇ ਬਦਲਾਅ ਹੁੰਦਾ ਰਿਹਾ। ਪਰ ਜਦੋਂ ਸਰੀਰ ਆਪਣੀ ਸਮੇਂ ਦੀ ਜਿਹੜੀ ਸੀਮਾ ਸੀ ਉਹਨੂੰ ਵਿਹਾਉਂਦੇ ਰਹੇ, ਸੰਸਾਰ ਤੋਂ ਜਾਂਦੇ ਰਹੇ, ਤੇ ਅਨੇਕਾਂ ਤਰ੍ਹਾਂ ਦੇ ਪਾਪ ਜਿਹੜੇ ਸਨ ਉਹ ਇਸ ਮਨ ਦੇ ਨਾਲ ਕਮਾਉਂਦਿਆਂ ਕਮਾਉਂਦਿਆਂ ਇਨਸਾਨ ਦਾ ਜਿਹੜਾ ਮਨ ਐਸ ਜਾਮੇ ਅੰਦਰ ਹੈ, ਸਾਹਿਬ ਕਹਿੰਦੇ ਨੇ ਇਹਦੇ ਉੱਪਰ ਮੈਲ ਹੀ ਬਹੁਤ ਜ਼ਿਆਦਾ ਲੱਗ ਚੁੱਕੀ ਹੈ। ਇਸ ਮਨ ਨੇ ਇੰਨੇ ਔਗਣ ਇਕੱਠੇ ਕਰ ਲਏ ਨੇ। ਸਾਹਿਬ ਨੇ ਫਿਰ ਉਦਾਹਰਣ ਦਿੱਤੀ ਵੀ ਇਹ ਮਨ ਹੋ ਕਿਵੇਂ ਦਾ ਗਿਆ? ਕਾਲਾ ਹੋਆ ਸਿਆ, ਐਨ ਬਿਲਕੁਲ ਕਾਲਾ, ਜਿਹਦੇ ਕਿਸੇ ਵੀ ਪਾਸਿਓਂ ਕਿਸੇ ਦੀ ਸਾਫ਼ ਸਫਾਈ ਦੀ ਕੋਈ ਆਸ ਨਹੀਂ, ਇੱਦਾਂ ਦਾ ਮਨ ਹੋਇਆ ਪਿਆ। ਮਹਾਰਾਜ ਆਖਿਆ ਖਨਲੀ ਧੋਤੀ ਉਜਲੀ ਨਾ ਹੋਵਈ, ਜੇ 100 ਧੋਵਣ ਪਾਹ। ਮਨ ਇਉਂ ਦਾ ਹੋ ਗਿਆ ਜਿਵੇਂ ਕੋਹਲੂ ਦੀ ਸਫਾਈ ਕਰਨ ਵਾਲੀ ਲੀਰ, ਜਿਹਨੂੰ ਖਨਲੀ ਕਹਿ ਕੇ ਸੱਦਿਆ ਜਾਂਦਾ ਹੈ। ਸਾਹਿਬ ਆਖਦੇ ਉਹਦੇ ਵਰਗਾ ਹੋਇਆ ਇਹ ਮਨ। ਤੇ ਇਸ ਮਨ ਦੀ ਸਾਫ਼ ਸਫਾਈ ਬਹੁਤ ਜ਼ਰੂਰੀ ਹੈ। ਹੁਣ ਜੇ ਕੋਈ ਤਨ ਦੀ ਸਫਾਈ ਦੀ ਗੱਲ ਕਰੇਗਾ ਤੇ ਸਾਡਾ ਧਿਆਨ ਚੱਡ ਚਲਿਆ ਜਾਏਗਾ ਵੀ ਬੰਦੇ ਨੇ ਇਸ਼ਨਾਨ ਕਰ ਲੈਣਾ, ਤਨ ਸਾਫ਼ ਹੋ ਜਾਵੇਗਾ। ਕੱਪੜਿਆਂ ਦੀ ਸਫਾਈ ਦੀ ਗੱਲ ਕੋਈ ਕਰੇਗਾ, ਅਸੀਂ ਚੱਟ ਪਾਣੀ ਤੇ ਸਾਬਣ ਵੱਲ ਵੇਖਾਂਗੇ ਤੇ ਇਹ ਸਾਡਾ ਮਨ, ਸਾਡੀ ਮਤ ਕਿਵੇਂ ਸਾਫ਼ ਹੋਵੇ। ਰੋਜ਼ਾਨਾ ਜਪਜੀ ਸਾਹਿਬ ਜੀ ਦੇ ਅੰਦਰ ਇਹ ਬੋਲ, ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ। ਸਾਹਿਬ ਆਖਦੇ ਨੇ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਤੇ ਅੱਗੇ ਕਿਰਪਾ ਬਖਸ਼ਿਸ਼ ਕੀਤੀ, ਭਰੀਐ ਮਤ ਪਾਪਾਂ ਕੈ ਸੰਗ। ਸਾਹਿਬ ਆਖਦੇ ਭਲਿਆ ਤੇਰਾ ਤਨ ਹੀ ਗੰਦਲਾ ਨਹੀਂ ਹੁੰਦਾ, ਤੇਰੇ ਕੱਪੜੇ ਹੀ ਗੰਦਲੇ ਮੈਲੇ ਨਹੀਂ ਹੁੰਦੇ। ਸੰਸਾਰ ਵਿੱਚ ਵਿਚਰਦਿਆਂ ਹੋਇਆਂ, ਪ੍ਰਭੂ ਤੋਂ ਟੁੱਟਿਆਂ ਹੋਇਆਂ, ਬਾਹਰੀ ਲੋਭ ਲਾਲਚ ਤਮਾ ਵਿੱਚ ਜੁੜ ਕੇ ਤੇਰਾ ਮਨ ਵੀ ਗੰਦਲਾ ਹੋ ਰਿਹਾ, ਤੇਰੀ ਮਤ, ਤੇਰੀ ਸੋਚਣ ਸ਼ਕਤੀ ਵੀ ਗੰਦਲੀ ਹੋ ਰਹੀ ਹੈ।
ਗੁਰੂ ਅੱਗੇ ਅਰਦਾਸ ਕਰੀਏ ਪਾਤਸ਼ਾਹ। ਹੁਣ ਬਾਹਰੀ ਤੌਰ ਤੇ ਤਾਂ ਸਫਾਈ ਦੇ ਸਾਧਨ ਤੁਸਾਂ ਦੱਸ ਦਿੱਤੇ, ਤੇ ਇਸ ਮਨ ਨੂੰ ਕਿਵੇਂ ਸਾਫ਼ ਕਰੀਏ? ਤਾਂ ਮਹਾਰਾਜ ਆਖਿਆ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਸਾਹਿਬ ਆਖਿਆ, ਜੇ ਮਨ ਦੇ ਅੰਦਰ, ਜੇ ਸੋਚਣ ਸ਼ਕਤੀ ਦੇ ਵਿੱਚ, ਜੇ ਵਿਚਾਰਾਂ ਵਿੱਚ ਮੈਲ ਆ ਜਾਵੇ ਨਾ, ਤੇ ਭਲਿਆ ਤੂੰ ਨਾਮ ਨਾਲ ਜੁੜ ਜਾ, ਤੂੰ ਸ਼ਬਦ ਨਾਲ ਜੁੜ ਜਾ। ਕਿਉਂਕਿ ਜਿਹੜਾ ਸ਼ਬਦ ਨਾਲ ਸਿੱਖ ਜੁੜੇਗਾ, ਯਕੀਨ ਕਰਕੇ ਜਾਣੀਏ, ਸ਼ਬਦ ਨਾਲ ਜੁੜੇ ਹੋਏ ਸਿੱਖ ਦੇ ਮਨ ਅੰਦਰ ਕੋਈ ਵਿਕਾਰ, ਕੋਈ ਮੈਲ ਸ਼ਬਦ ਰਹਿਣ ਹੀ ਨਹੀਂ ਦਿੰਦਾ। ਕਿਉਂਕਿ ਸ਼ਬਦ ਸਦੀਵ ਹੈ, ਸ਼ਬਦ ਸੱਚ ਹੈ। ਬਾਣੀ ਦੇ ਅੰਦਰ ਆਪਾਂ ਨਿਤ ਇਹ ਬੋਲ ਪੜ੍ਹਦੇ ਹਾਂ। ਸਤਿਗੁਰੂ ਕਹਿੰਦੇ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਹੁਣ ਗੁਰਬਾਣੀ ਅੰਮ੍ਰਿਤਮਈ ਹੈ। ਰੱਬ ਦਾ ਤੇ ਗੁਰਬਾਣੀ ਦਾ ਦਰਜਾ ਇੱਕ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਜਿਸ ਸ਼ਬਦ ਨਾਲ ਅਸੀਂ ਜੁੜਨਾ ਹੈ ਨਾ, ਉਸ ਸ਼ਬਦ ਦੀ ਤੁਲਨਾ ਸਤਿਗੁਰਾਂ ਨੇ ਆਪ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਕੀਤੀ ਹੈ। ਤੇ ਹੁਣ ਉਹ ਨਿਰੰਕਾਰ ਜੋ ਪਰਮ ਸਤਾ ਹੈ, ਜੋ ਨਿਰੰਜਨ ਹੈ, ਜੋ ਹਰੇਕ ਪ੍ਰਕਾਰ ਦੇ ਲੋਭ ਲਾਲਚ ਤੋਂ ਰਹਿਤ ਹੈ, ਜੋ ਹਰੇਕ ਪ੍ਰਕਾਰ ਦੀ ਤਮਾ ਤੋਂ ਨਿਰਾਲਾ ਹੈ, ਉਸ ਨਿਰੰਕਾਰ ਦੀ ਵਡਿਆਈ ਦੇ ਸ਼ਬਦ ਨਾਲ ਕੋਈ ਜੁੜੇਗਾ ਤੇ ਉਹ ਮੈਲਾ ਕਿਵੇਂ ਰਹਿ ਜਾਵੇਗਾ? ਕਦਾਚਿਤ ਨਹੀਂ ਰਹੇਗਾ। ਸਾਹਿਬ ਨੇ ਸਾਨੂੰ ਸ਼ਬਦ ਨਾਲ ਜੁੜਨ ਦਾ ਹੁਕਮ ਕੀਤਾ ਹੈ। ਸ਼ਬਦ ਨਾਲ ਜੁੜਿਆਂ ਹੋਇਆਂ ਨੂੰ ਜੀਵਨ ਦੇ ਅੰਦਰ ਕੋਈ ਔਗਣ ਨਹੀਂ ਸਤਾਉਂਦਾ। ਸ਼ਬਦ ਨਾਲ ਜੁੜਿਆਂ ਹੋਇਆਂ ਨੂੰ ਜੀਵਨ ਵਿੱਚ ਵਿਚਰਦਿਆਂ ਹੋਇਆਂ ਸਿੱਖ ਨੂੰ ਪ੍ਰਭੂ ਦੀ ਪ੍ਰਾਪਤੀ ਦਾ ਰਾਹ ਸਿੱਧਾ ਦਿਸ ਪੈਂਦਾ। ਵੇਖੋ ਨਾ, ਗੁਰੂ ਕੀ ਬਾਣੀ ਨੂੰ ਪੜ੍ਹਨ ਦਾ ਸਾਡਾ ਮਕਸਦ ਕੀ ਹੈ? ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਜੀ ਦੇ ਨਾਲ ਜੁੜ ਜਾਈਏ। ਇਹਨਾਂ ਸ਼ਬਦਾਂ ਨੂੰ ਪੜ੍ਹਨ ਦਾ, ਰੋਜ਼ਾਨਾ ਨਿਤਨੇਮ ਕਰਨ ਦਾ, ਰੋਜ਼ਾਨਾ ਗੁਰੂ ਕੀ ਬਾਣੀ ਸੁਣਨ ਦਾ, ਵਿਚਾਰ ਸੁਣਨ ਦਾ ਭਾਵ ਇਹ ਹੈ ਕਿ ਇਸ ਸਭ ਕਾਸੇ ਦੇ ਵਿੱਚੋਂ ਸਾਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਵੇ। ਅਸੀਂ ਆਪਣੇ ਜੀਵਨ ਵੱਲ ਝਾਤ ਮਾਰੀਏ ਨਾ, ਤੇ ਅਸੀਂ ਇਹ ਗੱਲ ਆਮ ਸਹਿਜੇ ਹੀ ਕਹਿ ਦਿੰਦੇ ਹਾਂ, ਭਾਈ ਸਾਡਾ ਮਨ ਬੜਾ ਸਾਫ਼ ਹੈ, ਸਾਡੇ ਜੀਵਨ ਵਿੱਚ ਵਿਚਰਦਿਆਂ ਹੋਇਆਂ ਅਸੀਂ ਕਿਸੇ ਪ੍ਰਕਾਰ ਦਾ ਕੋਈ ਵਿਕਾਰ ਨਹੀਂ ਕਮਾਉਂਦੇ, ਕੋਈ ਨਸ਼ਾ ਨਹੀਂ ਕਰਦੇ, ਲੋਭ ਲਾਲਚ ਤੋਂ ਰਹਿਤ ਹੈ। ਕਿ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਫਿਰ ਵੀ ਸਾਨੂੰ ਸ਼ਬਦ ਦੀ, ਮਨ ਨੂੰ ਸਾਫ਼ ਕਰਨ ਦੀ ਜ਼ਰੂਰਤ ਹੈ, ਫਿਰ ਵੀ ਸਾਨੂੰ ਸ਼ਬਦ ਦੇ ਨਾਲ ਜੁੜਨ ਦੀ ਜ਼ਰੂਰਤ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੇ ਵਿੱਚੋਂ ਇੱਕ ਬੋਲ ਸਾਖੀ ਰੂਪ ਅੰਦਰ ਆਪ ਜੀ ਨਾਲ ਸਾਂਝਾ ਕਰਾਂ ਕਿ ਇਸ ਸੰਸਾਰ ਦੇ ਉੱਤੇ ਆਪਣੇ ਪੱਲੇ ਵਿੱਚ ਚਾਹੇ ਕਿੰਨੇ ਵੀ ਗੁਣ ਕਿਉਂ ਨਾ ਹੋਵਣ, ਪਰ ਜੇ ਪ੍ਰਭੂ ਦੇ ਨਾਮ ਪ੍ਰਤੀ, ਸ਼ਬਦ ਪ੍ਰਤੀ ਜੁੜਨ ਦਾ ਚਾਉ ਨਹੀਂ, ਜੇ ਮਨ ਇਸ ਵਾਸਤੇ ਤਿਆਰ ਨਹੀਂ ਹੈ, ਤੇ ਫਿਰ ਉਹ ਬਾਕੀ ਸਾਰੇ ਗੁਣ ਇਉਂ ਮਾਨੀਏ ਵੀ ਉਹ ਸੰਸਾਰੀ ਤੌਰ ਤੇ ਨੇ। ਨਿਰੰਕਾਰ ਦੇ ਘਰ ਅੱਗੇ, ਉਸ ਸਿਧਾਂਤ ਅੱਗੇ ਸਾਰਾ ਕੁਝ ਅਧੂਰਾ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੇ ਸਮੇਂ ਇੱਕ ਗੁਰੂ ਕਾ ਸਿੱਖ ਹੋਇਆ। ਇਤਿਹਾਸ ਨੇ ਨਾਮ ਉਹਨਾਂ ਦਾ ਭਾਈ ਢੇਸਾ ਕਰਕੇ ਲਿਖਿਆ। ਡੱਲੇ ਦੇ ਰਹਿਣ ਵਾਲੇ ਸਨ ਤੇ ਭਾਈ ਸਾਈਂ ਦਾਸ ਜੀ ਦੇ ਬੜੇ ਮਿੱਤਰ ਪਿਆਰੇ ਸਨ। ਸ਼ਬਦ ਦੀ ਗੱਲ ਕਰਨ ਲੱਗਾ ਕਿ ਗੁਰੂ ਵੀ ਉਪਦੇਸ਼ ਹੀ ਦਿੰਦਾ ਹੈ ਕਿ ਭਲਿਆ ਸ਼ਬਦ ਨਾਲ ਜੁੜ, ਮਨ ਨੂੰ ਸਵਾਰ, ਤਾਂ ਅੱਗੇ ਇਸ ਮਾਰਗ ਦੇ ਉੱਤੇ ਚੱਲ ਸਕੇਗਾ। ਹੁਣ ਭਾਈ ਢੇਸਾ, ਉਹ ਸੰਸਾਰਿਕ ਤੌਰ ਦੇ ਉੱਤੇ ਉਹਨਾਂ ਕੋਲ ਗੁਣ ਬੜੇ ਨੇ, ਜੀਵਨ ਦੇ ਅੰਦਰ ਸੱਚ ਦੀ ਜਿਹੜੀ ਹੈ ਉਹ ਬੜੀ ਪ੍ਰੋੜਤਾ ਕਰਦੇ ਨੇ, ਜੋ ਉਹਨਾਂ ਦੀ ਕਿਰਤਕਾਰ ਹੈ ਬੜੀ ਇਮਾਨਦਾਰੀ ਨਾਲ ਨਿਭਾਉਂਦੇ ਨੇ। ਤੇ ਜਦੋਂ ਉਹਨਾਂ ਦੀ ਗੱਲ ਸਿਆਣਪ ਦੀ ਆਉਂਦੀ, ਇਤਿਹਾਸ ਕਹਿੰਦਾ ਵੀ ਉਹ ਜ਼ੁਬਾਨ ਤੋਂ ਬੋਲ ਵੀ ਬੜੇ ਸੁੰਦਰ ਬੋਲ ਲੈਂਦੇ ਸਨ, ਬੜੀ ਸਿਆਣਪ ਭਰੀਆਂ ਗੱਲਾਂ ਕਰਦੇ ਸਨ, ਵਰਤੋਂ ਵਿਹਾਰ ਵੀ ਬੜਾ ਚੰਗਾ ਸੀ। ਪਰ ਇੰਨਾ ਕੁਝ ਹੁੰਦਿਆਂ ਹੋਇਆਂ ਜੀਵਨ ਦੇ ਅੰਦਰ ਇੱਕ ਦੋਸ਼ ਸੀ ਕਿ ਉਹ ਰੱਬ ਦੀ ਹੋਂਦ ਤੋਂ ਮੁਨਕਰ ਸਨ, ਰੱਬ ਨੂੰ ਨਹੀਂ ਸਨ ਮੰਨਦੇ। ਉਹਨਾਂ ਨੂੰ ਕਿਸੇ ਨੇ ਕਹਿਣਾ ਨਾ ਵੀ ਇਹ ਰੱਬ ਦਾ ਬਣਾਇਆ ਸਿਰਜਿਆ ਹੋਇਆ ਸਾਰਾ ਕੁਝ, ਉਹਨਾਂ ਆਖਣਾ ਨਹੀਂ, ਇਹ ਦਿਨ, ਇਹ ਰਾਤ, ਇਹ ਰੁੱਤਾਂ, ਇਹ ਮੌਸਮ ਸਾਰਾ ਕੁਝ ਆਪਣੇ ਆਪ, ਇਹ ਸਹਿਜ ਹੀ ਹੋ ਰਿਹਾ। ਰੱਬ ਦੀ ਹੋਂਦ ਤੋਂ ਮੁਨਕਰ ਸਨ ਤੇ ਇਉਂ ਉਹਨਾਂ ਦਾ ਜੀਵਨ ਗੁਜ਼ਰ ਰਿਹਾ। ਭਾਈ ਸਾਈਂ ਦਾਸ ਨੂੰ ਉਹਨਾਂ ਦੀ ਆਤਮਿਕ ਅਵਸਥਾ ਦਾ ਪਤਾ ਲੱਗਿਆ ਵੀ ਹੈ ਤਾਂ ਬਾਹਰੀ ਤੌਰ ਦੇ ਉੱਤੇ ਬੜੀ ਇਮਾਨਦਾਰੀ ਵਿਖਾਉਂਦੇ, ਕਿਰਤਕਾਰ ਵੀ ਚੰਗੀ, ਸੁਭਾਅ ਬੜਾ ਵਧੀਆ, ਮਿੱਠ ਬੋਲੜੇ ਨੇ, ਪਰ ਇੰਨੇ ਸੰਸਾਰੀ ਗੁਣ ਹੁੰਦਿਆਂ ਹੋਇਆਂ ਵੀ
ਜਿਹੜਾ ਗੁਣ ਰੱਬ ਜੀ ਦੇ ਨਾਮ ਵਾਲਾ ਚਾਹੀਦਾ, ਜਿਹੜਾ ਸ਼ਬਦ ਵਿੱਚ ਮਨ ਦਾ ਜੋੜ ਹੋਣਾ ਚਾਹੀਦਾ ਸੀ ਜੋੜ, ਉਹ ਇਹਨਾਂ ਦੇ ਪੱਲੇ ਵਿੱਚ ਨਹੀਂ ਹੈਗਾ। ਭਾਈ ਸਾਈਂ ਦਾਸ ਨੇ ਸਮਝਿਆ ਵੀ ਰੰਗ ਤਾਂ ਹੈ ਪਰ ਬਾਰੀ ਬਾਰੀ ਹੈ। ਜਿਹੜਾ ਅਸਲ ਰੰਗ ਹੈ ਪ੍ਰਭੂ ਦੇ ਨਾਮ ਵਾਲਾ, ਜਿਹਦੇ ਵਿੱਚ ਸ਼ਬਦ, ਜਿਵੇਂ ਮਹਾਰਾਜ ਆਖਿਆ ਵੀ ਗੁਰ ਕੈ ਸ਼ਬਦ ਬਣਾਵੋ ਇਹੋ ਮਨ, ਮਨ ਨੂੰ ਗੁਰੂ ਸ਼ਬਦ ਨਾਲ ਜੋੜਨਾ ਅਜੇ ਉਹ ਦਾਤ ਪ੍ਰਾਪਤ ਨਹੀਂ ਹੋਈ। ਤੇ ਭਾਈ ਸਾਈਂ ਦਾਸ ਦੇ ਮਿੱਤਰ ਸੀ, ਉਹਨਾਂ ਦੇ ਮਨ ਵਿੱਚ ਵਿਚਾਰ ਆਈ ਵੀ ਭਾਈ ਢੇਸੇ ਨੂੰ ਹੌਲੀ ਹੌਲੀ ਗੁਰੂ ਘਰ ਵਾਲੇ ਪਾਸੇ ਨੂੰ ਪ੍ਰੇਰਨਾ ਕਰਕੇ ਲੈ ਕੇ ਆਵਾਂ। ਉਹਨਾਂ ਨੇ ਜਦੋਂ ਵੀ ਭਾਈ ਢੇਸੇ ਦੇ ਕੋਲ ਬਹਿਣਾ ਤੇ ਸੰਗਤ ਦੀ ਮਹਿਮਾ ਵਡਿਆਈ ਕਰਨੀ, ਸਤ ਸੰਗਤ ਦੇ ਬਾਰੇ ਦੱਸਣਾ, ਪ੍ਰਭੂ ਨਾਮ ਦੀ ਕੀਰਤੀ ਵਡਿਆਈ ਗਾਉਣੀ। ਉਹਨਾਂ ਨੇ ਰੱਬ ਦੀ ਹੋਂਦ ਬਾਰੇ ਗੱਲਾਂ ਕਰਨੀਆਂ ਵੀ ਜੋ ਕੁਝ ਸਿਰਜਣਹਾਰ ਹੈ ਪਰਮੇਸ਼ਰ ਦੇ ਸਦਕੇ ਹੈ, ਰੱਬ ਜੀ ਤੋਂ ਬਿਨਾਂ ਇਸ ਸ੍ਰਿਸ਼ਟੀ ਦੇ ਉੱਤੇ ਇੱਕ ਪਤਾ ਵੀ ਨਹੀਂ ਹਿੱਲਦਾ। ਉਸ ਕਰਤਾ ਪੁਰਖ ਵਾਹਿਗੁਰੂ ਜੀ ਦੇ ਹੁਕਮ ਅੰਦਰ ਸਾਰੀ ਕਿਰਤਕਾਰ ਚੱਲ ਰਹੀ ਹੈ। ਉਹਦੇ ਹੁਕਮ ਨੂੰ ਸਮਝਣਾ ਚਾਹੀਦਾ, ਉਹਦੀ ਪਰਮ ਸਤਾ ਨੂੰ ਮਹਿਸੂਸ ਕਰਨਾ ਚਾਹੀਦਾ। ਹੌਲੀ ਹੌਲੀ ਇਉਂ ਸੰਗਤ ਕਰਦਿਆਂ ਕਰਦਿਆਂ ਭਾਈ ਢੇਸਾ ਜੀ ਦੇ ਮਨ ਦੇ ਉੱਤੇ ਭਾਈ ਸਾਈਂ ਦਾਸ ਦੇ ਬਚਨਾਂ ਦਾ ਅਸਰ ਹੋ ਗਿਆ, ਕਿਉਂਕਿ ਬੰਦਗੀ ਭਗਤੀ ਵਾਲੇ ਦੇ ਕਹੇ ਹੋਏ ਬੋਲ ਕਦੀ ਵਿਅਰਥ ਤੇ ਨਹੀਂ ਨਾ ਜਾ ਸਕਦੇ। ਜਿਹੜੇ ਖੁਦ ਬਾਣੀ ਵਿੱਚ ਜੁੜੇ ਨੇ, ਜਿਹੜੇ ਖੁਦ ਸ਼ਬਦ ਵਿੱਚ ਜੁੜੇ ਨੇ, ਉਹਨਾਂ ਦੇ ਬੋਲਣ ਦਾ ਅਸਰ ਇਹ ਹੈ ਕਿ ਭਾਵੇਂ ਕੋਈ ਕਿੰਨਾ ਵੀ ਰੱਬ ਤੋਂ ਟੁੱਟਿਆ ਹੋਇਆ ਕਿਉਂ ਨਾ ਹੋਵੇ, ਜਦੋਂ ਉਹ ਰੱਬੀ ਪਿਆਰ ਵਿੱਚ ਆ ਕੇ ਕੋਈ ਬਚਨ ਕਰਦੇ ਨੇ, ਸਾਹਮਣੇ ਵਾਲੇ ਦੇ ਮਨ ਨੂੰ ਉਹ ਬਚਨ ਟੁੰਬਦੇ ਜ਼ਰੂਰ ਨੇ। ਭਾਈ ਢੇਸਾ ਜੀ ਨੇ ਭਾਈ ਸਾਈਂ ਦਾਸ ਦੇ ਕੋਲੋਂ ਬੋਲ ਸੁਣੇ। ਇੱਕ ਦਿਨ ਭਾਈ ਸਾਈਂ ਦਾਸ ਜੀ ਨੇ ਬਚਨ ਆਖਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸਤ ਸੰਗਤ ਦੀ ਮਹਿਮਾ ਤੇ ਵਡਿਆਈ ਸੁਣਾਈ। ਤੇ ਭਾਈ ਢੇਸਾ ਤਿਆਰ ਹੋ ਗਿਆ ਕਿ ਮੈਂ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਜਾਣਾ। ਹੁਣ ਜਦੋਂ ਭਾਈ ਸਾਈਂ ਦਾਸ ਜੀ ਨੇ ਜਾਣਿਆ ਕਿ ਹੁਣ ਠੀਕ ਹੈ, ਇਹਨਾਂ ਦੀ ਤਿਆਰੀ ਹੈ, ਤੇ ਸਤਿਗੁਰੂ ਦੇ ਦਰਬਾਰ ਲੈ ਆਏ। ਸੰਗਤ ਵਿੱਚ ਬਹਿਣਾ, ਭਾਈ ਢੇਸੇ ਨੇ ਸੇਵਾ ਕਰਨੀ। ਹੌਲੀ ਹੌਲੀ ਸੇਵਾ ਕਰਦਿਆਂ ਕਰਦਿਆਂ ਮਨ ਦੇ ਅੰਦਰ ਜਿਹੜੇ ਫੁਰਨੇ ਸਨ ਕਿ ਰੱਬ ਦੀ ਹੋਂਦ ਕੋਈ ਨਹੀਂ, ਜਦੋਂ ਸਿੱਖਾਂ ਨੂੰ ਸੇਵਾ ਕਰਦੇ ਵੇਖਣਾ, ਸਿੱਖਾਂ ਨੂੰ ਸ਼ਬਦ ਵਿੱਚ ਜੁੜੇ ਹੋਏ ਵੇਖਣਾ, ਤੇ ਮਨ ਦੇ ਉੱਤੇ ਹੌਲੀ ਹੌਲੀ ਅਸਰ ਪੈਣਾ ਸ਼ੁਰੂ ਹੋ ਗਿਆ। ਸਮਾਂ ਆਪਣੀ ਚਾਲ ਚੱਲਿਆ, ਪਰ ਕਿਤੇ ਨਾ ਕਿਤੇ ਅਜੇ ਮਨ ਦੇ ਅੰਦਰ ਇਹ ਖਿਆਲ ਉਤਪੰਨ ਹੋ ਜਾਂਦਾ ਸੀ ਕਿ ਰੱਬ ਦੀ ਹੋਂਦ ਨਹੀਂ ਹੈ। ਠੀਕ ਹੈ, ਗੁਰੂ ਕੋਲ ਆਏ, ਪਰ ਅਜੇ ਗੁਰੂ ਨਾਲ ਮਿਲਾਪ ਨਹੀਂ ਸੀ ਹੋਇਆ। ਇੱਕ ਦਿਨ ਉਹ ਸਮਾਂ, ਉਹ ਸਬੱਬ ਬਣਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਿਕਾਰ ਖੇਡ ਕੇ ਆਏ ਤੇ ਸਿੱਖ ਥੋੜਾ ਪਾਸੇ ਸਨ। ਸਤਿਗੁਰੂ ਨੂੰ ਪਿਆਸ ਲੱਗੀ, ਪਾਣੀ ਦੀ ਮੰਗ ਕੀਤੀ ਤੇ ਭਾਈ ਢੇਸੇ ਨੇ ਲਿਆ ਕਰਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਲ ਛਕਾਇਆ। ਜਦੋਂ ਸਤਿਗੁਰੂ ਨੂੰ ਜਲ ਛਕਾਇਆ, ਸਾਹਿਬ ਨੇ ਜਲ ਛਕ ਕੇ ਪੁੱਛਿਆ ਵੀ ਤੁਹਾਡਾ ਨਾਮ ਕੀ, ਕੌਣ ਹੋ ਤੁਸੀਂ? ਤੇ ਭਾਈ ਢੇਸੇ ਨੇ ਆਪਣਾ ਨਾਮ ਦੱਸ ਕੇ ਜਦੋਂ ਅਗਲੀ ਗੱਲ ਕਰਨ ਲੱਗਾ ਕਿ ਮਹਾਰਾਜ ਅਜੇ ਇੰਨਾ ਹੀ ਬੋਲ ਕਿਹਾ, ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਰਬ ਕਲਾਂ ਕੇ ਗਿਆਤਾ, ਮੀਰੀ ਪੀਰੀ ਦੇ ਮਾਲਕ ਨੇ ਗੁਰਬਾਣੀ ਦੀ ਇੱਕ ਤੁਕ ਪੜੀ, ਆਖਿਆ ਭਾਈ ਢੇਸਾ ਜੀ ਭਾਂਡਾ ਧੋਏ ਬੈਸ ਧੂਪ ਦੇਵੋ। ਜਦੋਂ ਇੰਨਾ ਹੀ ਬੋਲ ਪੜਿਆ, ਭਾਈ ਢੇਸਾ ਚੁੱਪ ਕਰ ਗਿਆ। ਦੂਜੀ ਵਾਰ ਫਿਰ ਜ਼ੁਬਾਨ ਤੋਂ ਕੁਝ ਆਖਣ ਲੱਗਾ ਤੇ ਮਹਾਰਾਜ ਨੇ ਇਹ ਤੁਕ ਫਿਰ ਦੁਹਰਾ ਦਿੱਤੀ। ਭਾਈ ਢੇਸਾ ਪਿਛਾਂਹ ਹੋ ਗਿਆ। ਵਾਪਸ ਆ ਕੇ ਭਾਈ ਸਾਈਂ ਦਾਸ ਨੂੰ ਦੱਸਿਆ ਕਿ ਅੱਜ ਮਹਾਰਾਜ ਜੀ ਦੇ ਦੀਦਾਰ ਵੀ ਹੋ ਗਏ, ਸਤਿਗੁਰਾਂ ਨੂੰ ਜਲ ਛਕਾਇਆ ਸੀ, ਤੇ ਜਿਹੜੀ ਮਨ ਦੇ ਅੰਦਰ ਬੇਬਲਤਾ ਸੀ ਉਹ ਮੈਂ ਮਹਾਰਾਜ ਜੀ ਦੇ ਸਨਮੁਖ ਰੱਖਣਾ ਚਾਹੁੰਦਾ ਸਾਂ, ਪਰ ਮਹਾਰਾਜ ਜੀ ਨੇ ਅੱਗਿਓਂ ਮੈਨੂੰ ਆਹ ਤੁਕ, ਆਹ ਪੰਕਤੀ ਪੜ੍ਹ ਕੇ ਸੁਣਾ ਦਿੱਤੀ ਹੈ। ਉਹ ਪੰਕਤੀ ਉਸੇ ਤਰ੍ਹਾਂ ਭਾਈ ਸਾਈਂ ਦਾਸ ਨੂੰ ਸੁਣਾਈ ਤਾਂ ਭਾਈ ਸਾਈਂ ਦਾਸ ਹੁਣ ਗੁਰਬਾਣੀ ਦੇ ਰੰਗ ਵਿੱਚ ਰੰਗੇ ਹੋਏ, ਉਹ ਸਮਝ ਗਏ। ਆਖਣ ਲੱਗੇ, ਭਾਈ ਢੇਸਾ ਜੀ ਮਹਾਰਾਜ ਤੁਹਾਡੇ ਤੇ ਕਿਰਪਾ ਬਖਸ਼ਿਸ਼ ਜ਼ਰੂਰ ਕਰਨਗੇ, ਪਰ ਸਤਿਗੁਰਾਂ ਨੇ ਨਾਲ ਤੁਹਾਨੂੰ ਇੱਕ ਸੁਨੇਹਾ ਦਿੱਤਾ ਹੈ ਇਹ ਪੰਕਤੀ ਪੜ੍ਹ ਕੇ ਕਿ ਜੇ ਨਾਮ ਦੀ ਦਾਤ ਪ੍ਰਾਪਤ ਕਰਨਾ ਚਾਹੁੰਦੇ ਹੋ, ਪਹਿਲਾਂ ਆਪਣੇ ਮਨ ਨੂੰ ਜਿੱਥੇ ਇਸ ਨਾਮ ਨੂੰ ਟਿਕਾਉਣਾ ਹੈ ਉਸ ਮਨ ਨੂੰ ਤਿਆਰ ਤਾਂ ਕਰੋ। ਤੁਸੀਂ ਸੇਵਾ ਕਰ ਰਹੇ ਹੋ, ਮੁਬਾਰਕ ਹੈ, ਤੁਸੀਂ ਸੰਗਤ ਵਿੱਚ ਆਉਂਦੇ ਹੋ, ਮੁਬਾਰਕ ਹੈ, ਪਰ ਆਪਣੇ ਮਨ ਨੂੰ ਅੰਤਰੀਵ ਤੌਰ ਦੇ ਉੱਤੇ ਸ਼ਬਦ ਨਾਲ ਜੋੜੋ, ਕਿਉਂਕਿ ਸ਼ਬਦ ਨਾਲ ਜੁੜੇ ਹੋਏ ਮਨ ਵਿੱਚ ਹੀ ਗੁਰੂ ਦਾ ਸ਼ਬਦ ਸਮਾ ਸਕਦਾ ਹੈ। ਵੇਖੋ ਕਿੱਡੀ ਕਮਾਲ ਦੀ ਗੱਲ ਹੈ, ਜੁੜਨਾ ਸ਼ਬਦ ਵਿੱਚ ਹੈ
ਤੇ ਇਸ ਮਨ ਨੇ ਜਦੋਂ ਸ਼ਬਦ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਹੈ, ਫਿਰ ਸ਼ਬਦ ਦਾ ਹੀ ਇਹਦੇ ਵਿੱਚ ਸਮਾ ਕਰਨਾ ਹੈ, ਸ਼ਬਦ ਰੂਪ ਵਸਤੀ ਪਾਉਣੀ ਹੈ। ਜਿਵੇਂ ਆਪਾਂ ਬਾਣੀ ਵਿੱਚ ਵੀ ਮਹਾਰਾਜ ਜੀ ਨੇ ਉਦਾਹਰਣ ਦਿੱਤੀ ਹੈ। ਸਾਹਿਬ ਆਖਦੇ ਨੇ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਕੁੰਭ ਤੋਂ ਭਾਵ ਹੈ ਘੜਾ। ਪੁਰਾਣੇ ਸਮੇਂ ਦੇ ਵਿੱਚ ਘੜਿਆਂ ਵਿੱਚ ਪਦਾਰਥ ਜਿਹੜਾ ਸੀ ਉਹ ਰੱਖਿਆ ਜਾਂਦਾ ਸੀ। ਮੰਨ ਲਓ ਪਾਣੀ ਰੱਖਣ ਵਾਸਤੇ ਘੜੇ ਨੂੰ ਵਰਤਿਆ ਜਾਂਦਾ ਸੀ, ਦੁੱਧ ਇਤਿਆਦਿਕ ਸਾਰਾ ਕੁਝ। ਅੱਜ ਤੇ ਹੁਣ ਸਮਾਂ ਇਦਾਂ ਦਾ, ਵੰਨ ਸਵੰਨੀ ਧਾਤ ਦੇ ਬਰਤਨ ਪਿੱਛੇ ਮਿੱਟੀ ਦੇ ਸਨ, ਤੇ ਉਸ ਘੜੇ ਨੂੰ ਬਣਾਉਣ ਵਾਸਤੇ ਜਿੱਥੇ ਮਿੱਟੀ ਬੜੀ ਜ਼ਰੂਰੀ ਹੈ, ਉੱਥੇ ਓਨਾ ਹੀ ਜ਼ਰੂਰੀ ਪਾਣੀ ਹੈ। ਜੇ ਪਾਣੀ ਤੇ ਮਿੱਟੀ ਦਾ ਮਿਸ਼ਰਣ ਨਹੀਂ ਤੇ ਘੜਾ ਕਦੀ ਵੀ ਤਿਆਰ ਨਹੀਂ ਹੋ ਸਕਦਾ। ਸਾਹਿਬ ਆਖਿਆ, ਜਿਵੇਂ ਪਾਣੀ ਦੇ ਸਦਕਾ ਹੀ ਘੜੇ ਦੀ ਹੋਂਦ ਹੈ, ਤੇ ਉਸੇ ਹੋਂਦ ਬਣ ਚੁੱਕੇ ਘੜੇ ਵਿੱਚ ਦੁਬਾਰਾ ਪਾਣੀ ਨੂੰ ਪਾ ਕੇ ਸੰਭਾਲ ਕੇ ਰੱਖੀਦਾ। ਸਾਹਿਬ ਆਖਿਆ, ਇਸੇ ਤਰ੍ਹਾਂ ਗਿਆਨ ਕਾ ਬੱਧਾ ਮਨ ਰਹੇ। ਇਹ ਮਨ ਵੀ ਗੁਰ ਸ਼ਬਦ ਦੇ ਰਾਹੀਂ ਹੀ ਟਿਕੇਗਾ, ਪਰ ਗੁਰ ਸ਼ਬਦ ਦੀ ਪ੍ਰਾਪਤੀ ਗੁਰ ਬਿਨ ਗਿਆਨ ਨਾ ਹੋਏ। ਗੁਰੂ ਦੇ ਬਿਨਾ ਇਹ ਗਿਆਨ, ਇਹ ਪ੍ਰਾਪਤੀ ਹੋਣੀ ਵੀ ਕਦਾਚਿਤ ਨਹੀਂ। ਹੁਣ ਜਦੋਂ ਭਾਈ ਢੇਸੇ ਨੂੰ ਇਸ ਗੱਲ ਦਾ ਗਿਆਨ ਹੋਇਆ ਕਿ ਮਹਾਰਾਜ ਨੇ ਤੇ ਮੇਰੇ ਮਨ ਦੇ ਵਾਸਤੇ ਇਹ ਬੋਲ ਕਹੇ ਨੇ, ਮਨ ਵਿੱਚ ਵਿਚਾਰਦਾ ਵੀ ਇਹਦਾ ਮਤਲਬ ਅਜੇ ਮਨ ਤਿਆਰ ਨਹੀਂ ਹੈ, ਅਜੇ ਸ਼ਬਦ ਨਾਲ ਜੁੜਿਆ ਨਹੀਂ ਗਿਆ, ਹੋਰ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਸਮਾਂ ਪਾ ਕੇ ਰੰਗ ਲੱਗਾ, ਸ਼ਬਦ ਦੀ ਸਮਝ ਆਈ, ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਫਿਰ ਹਾਜ਼ਰ ਹੋਇਆ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਇੱਕ ਬਚਨ ਆਖਿਆ। ਆਖਣ ਲੱਗੇ, ਭਾਈ ਢੇਸਾ ਜੀ, ਜਾਓ ਇੱਕ ਘੜੀ ਵਾਸਤੇ ਇਕਾਂਤ ਵਿੱਚ ਬਹਿ ਕੇ ਆਓ, ਚੁੱਪ ਕਰਕੇ ਬਹਿਣਾ। ਫਿਰ ਦੁਬਾਰਾ ਗੁਰੂ ਦਾ ਹੁਕਮ ਮੰਨਿਆ, ਇਕਾਂਤ ਵਿੱਚ ਬੈਠਣ ਵਾਸਤੇ ਚਲੇ ਗਏ। ਜਿੱਥੇ ਬੈਠੇ ਵਾਤਾਵਰਨ ਸ਼ਾਂਤ ਹੈ, ਕੋਈ ਕਿਸੇ ਤਰ੍ਹਾਂ ਦਾ ਕੋਈ ਆਵਾਜ਼, ਕੋਈ ਰੌਲਾ ਨਹੀਂ ਹੈ। ਜ਼ੁਬਾਨ ਤੋਂ ਚੁੱਪ ਕਰਕੇ ਬਹਿ ਗਏ। ਹੁਣ ਪਰ ਜਦੋਂ ਜ਼ੁਬਾਨ ਚੁੱਪ ਹੈ ਤੇ ਮਨ ਦੇ ਵਿੱਚ ਵਿਚਾਰਾਂ ਚੱਲ ਪਈਆਂ। ਮਹਾਰਾਜ ਨੇ ਕਿਹਾ ਸੀ ਚੁੱਪ ਕਰਕੇ ਬਹਿਣਾ ਹੈ, ਹੁਣ ਮਨ ਵਿੱਚ ਵਿਚਾਰ ਚੱਲੀ, ਕਦੀ ਕੋਈ ਸੱਜਣ ਚੇਤੇ ਆਵੇ, ਕੋਈ ਦੁਸ਼ਮਣ ਚੇਤੇ ਆਵੇ, ਕਦੀ ਕਿਰਤ ਚੇਤੇ ਆਵੇ, ਕਦੀ ਸੰਬੰਧੀ ਚੇਤੇ ਆਉਣ। ਫੇਰ ਮਨ ਦੇ ਵਿੱਚ ਆਵਾਜ਼ਾਰੀ ਪੈਦਾ ਹੋ ਗਈ ਵੀ ਇਹ ਕੀ ਬਣਿਆ। ਮਹਾਰਾਜ ਨੇ ਆਖਿਆ ਸੀ ਚੁੱਪ ਕਰਕੇ ਬਹਿਣਾ, ਇੱਥੇ ਤੇ ਬਹੁਤ ਸਾਰੇ ਖਿਆਲਾਂ ਦਾ ਦਰਿਆ ਵਗਦਾ ਪਿਆ। ਇਹ ਤੇ ਇੰਨੀ ਤੇਜ਼ੀ ਫੜੀ ਹੋਈ ਹੈ ਇਸ ਮਨ ਨੇ ਕਿ ਇਸ ਮਨ ਨੂੰ ਮੈਂ ਡਕਾ ਲਾ ਹੀ ਕੋਈ ਨਹੀਂ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਨੇ ਕਿਰਪਾ ਕੀਤੀ। ਭਾਈ ਢੇਸੇ ਨੇ ਮਨ ਨੂੰ ਟਿਕਾਉਣ ਦਾ ਯਤਨ ਕੀਤਾ, ਤੇ ਜਦੋਂ ਮਨ ਨੂੰ ਟਿਕਾਉਣ ਦੀ ਗੱਲ ਆਈ, ਖਿਆਲ ਆਇਆ ਵੀ ਸਤਿਗੁਰਾਂ ਨੇ ਇੱਕ ਬਚਨ ਆਖਿਆ ਸੀ ਕਿ ਇਹ ਮਨ ਕੇਵਲ ਤਾਂ ਕੇਵਲ ਗੁਰੂ ਕੇ ਸ਼ਬਦ ਦੁਆਰਾ ਟਿਕ ਸਕਦਾ ਹੈ, ਸ਼ਬਦ ਤੋਂ ਬਿਨਾਂ ਇਸ ਮਨ ਦਾ ਟਿਕਣਾ ਅਸੰਭਵ ਹੈ। ਜੇ ਕੋਈ ਕਹੇ ਨਾ ਵੀ ਆਪਣੇ ਯਤਨ ਕਰਕੇ ਮੈਂ ਮਨ ਨੂੰ ਟੇਕ ਲਿਆ, ਨਹੀਂ ਭਾਈ, ਮਨ ਆਪਣੇ ਯਤਨ ਨਾਲ ਨਹੀਂ ਟਿਕਦਾ। ਮਨ ਸ਼ਬਦ ਵਿੱਚ ਜੁੜ ਜਾਵੇ ਤੇ ਟਿਕਾ ਵਿੱਚ ਆਵੇਗਾ, ਨਹੀਂ ਤੇ ਸ਼ਬਦ ਤੋਂ ਬਿਨਾਂ ਇਹ ਮਨ ਗੁਰਦੁਆਰੇ ਸਰੀਰ ਬੈਠਾ ਹੁੰਦਾ ਹੈ, ਬਾਣੀ ਅਸੀਂ ਪੜ੍ਹ ਰਹੇ ਹੁੰਦੇ ਹਾਂ, ਪਰ ਮਨ ਜਿਹੜਾ ਹੈ ਉਹ ਕਿਤੇ ਹੋਰ ਪਾਸੇ ਗਿਆ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਏ। ਦੁਬਾਰਾ ਜਦੋਂ ਆਏ, ਮਹਾਰਾਜ ਨੇ ਪੁੱਛਿਆ, ਭਾਈ ਢੇਸਾ ਜੀ ਬਾਤ ਬਣੀ? ਕਹਿਣ ਲੱਗਾ, ਸਤਿਗੁਰੂ ਤੁਸਾਂ ਚੁੱਪ ਕਰਕੇ ਬੈਠਣ ਲਈ ਆਖਿਆ ਸੀ, ਪਰ ਜਦੋਂ ਚੁੱਪ ਕਰਕੇ ਬੈਠਾ, ਜ਼ੁਬਾਨ ਚੁੱਪ ਕਰ ਗਈ ਹੈ, ਪਰ ਮਨ ਨੇ ਦੌੜ ਲਾਉਣੀ ਸ਼ੁਰੂ ਕਰ ਦਿੱਤੀ। ਤੇ ਮਹਾਰਾਜ ਆਖਣ ਲੱਗੇ, ਫਿਰ ਕੀ ਕੀਤਾ? ਸਾਹਿਬ ਆਖਣ ਲੱਗੇ, ਫਿਰ ਭਾਈ ਢੇਸਾ ਜੀ ਕਹਿਣ ਲੱਗੇ, ਸਾਹਿਬ ਜੀ, ਫਿਰ ਮੈਂ ਤੁਹਾਡੀ ਦਿੱਤੀ ਹੋਈ ਸਿੱਖਿਆ ਦੇ ਸਦਕਾ ਮਨ ਨੂੰ ਸ਼ਬਦ ਵਾਲੇ ਪਾਸੇ ਜੋੜ ਲਿਆ। ਜਦੋਂ ਮਨ ਸ਼ਬਦ ਵਿੱਚ ਜੁੜਿਆ, ਇਹ ਵੀ ਪਤਾ ਲੱਗ ਗਿਆ ਵੀ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੋਂਦ ਸਦੀਵ ਹੈ, ਉਹ ਕਣ ਕਣ ਵਿੱਚ ਰਮਿਆ ਹੋਇਆ ਹੈ। ਤੇ ਇਹ ਵੀ ਸਮਝ ਆ ਗਈ ਹੈ ਵੀ ਸ਼ਬਦ ਤੋਂ ਬਿਨਾਂ ਇਸ ਜੀਵਨ ਦਾ ਭਲਾ ਕੋਈ ਨਹੀਂ। ਇਸ ਮਨ ਨੂੰ ਜੇ ਟਿਕਾਉਣਾ ਹੈ ਤੇ ਸ਼ਬਦ ਦਾ ਆਸਰਾ ਲੈਣਾ ਹੀ ਪਵੇਗਾ। ਹੁਣ ਆਪਾਂ ਇਹ ਵਚਨ ਸਤਿਗੁਰੂ ਨੇ ਸਾਡੇ ਪਰਥਾਏ ਸਾਨੂੰ ਸਮਝਾਉਣ ਦੀ ਖਾਤਰ ਕਿਹਾ, ਭਲਿਆ ਗੁਰ ਕੈ ਸ਼ਬਦ ਬਣਾਵੋ ਇਹ ਮਨ। ਇਸ ਮਨ ਨੂੰ ਗੁਰੂ ਸ਼ਬਦ ਨਾਲ ਜੋੜ ਲਈਏ। ਜੋ ਪਿੱਛੇ ਹੈ ਅਸੀਂ ਇਹਦੇ ਵਿੱਚ ਕੋਈ ਨਹੀਂ, ਇੱਕ ਦੂਜੇ ਦੇ ਬਾਰੇ ਨਹੀਂ ਜਾਣਦੇ ਵੀ ਸਾਡੀ ਮਾਨਸਿਕ ਅਵਸਥਾ ਕੀ ਹੈ। ਸੰਗਤ ਰੂਪ ਵਿੱਚ ਬੈਠੇ ਆ, ਸੰਗਤ ਵਿੱਚ ਬੜੀਆਂ ਬੜੀਆਂ ਬਖਸ਼ੀਆਂ ਰੂਹਾਂ ਬੈਠੀਆਂ ਹੁੰਦੀਆਂ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ।
ਔਰ ਕਿਸੇ ਇੱਕ ਨਾਮ ਜਪਣ ਵਾਲੇ ਦੇ ਕਰਕੇ ਹੋ ਸਕਦਾ ਪਤਾ ਨਹੀਂ ਕਿੰਨਿਆਂ ਦਾ ਅਣਗਿਣਤਾਂ ਦਾ ਹੀ ਭਲਾ ਹੋ ਜਾਵੇ। ਪਰ ਇਹ ਭਾਵਨਾ, ਇਹ ਬਿਰਤੀ ਲੈ ਕੇ ਆਈਏ, ਜਦੋਂ ਵੀ ਗੁਰੂ ਦਰਬਾਰ ਵਿੱਚ ਆਉਣਾ ਹੈ ਨਾ ਭਾਈ, ਅਸੀਂ ਗੁਰੂ ਕੇ ਸ਼ਬਦ ਵਿੱਚ ਜਿਹੜਾ ਆਪਣੀ ਸੁਰਤ ਨੂੰ ਜੋੜਨਾ ਹੈ। ਇਹ ਗੱਲ ਕਿਉਂ ਕਹੀ ਜਾਂਦੀ ਹੈ ਵੀ ਸਿੱਖ ਨੇ ਸੁਰਤ ਦਾ ਨਾਤਾ ਸ਼ਬਦ ਨਾਲ ਰੱਖਣਾ ਹੈ? ਕਿਉਂਕਿ ਜਿੰਨਾ ਚਿਰ ਸਿੱਖ ਦਾ ਸੁਰਤ ਕਰਕੇ ਸ਼ਬਦ ਨਾਲ ਨਾਤਾ ਨਹੀਂ ਬਣਦਾ, ਉਹਨਾਂ ਚਿਰ ਸਿੱਖ ਨੂੰ ਬਾਣੀ ਵਿੱਚੋਂ ਵੀ ਰਸ ਨਹੀਂ ਆਵੇਗਾ। ਮਾਫ ਕਰਨਾ, ਆਪਾਂ ਬਾਣੀ ਪੜ੍ਹਦੇ ਜ਼ਰੂਰ ਹਾਂ, ਆਪਾਂ ਬਾਣੀ ਕੀਰਤਨ ਕਥਾ ਸਾਰਾ ਕੁਝ ਸੁਣਦੇ ਹਾਂ, ਪਰ ਆਮ ਕਰਕੇ ਇਹ ਬੋਲ ਵੀ ਸਾਡੇ ਹੀ ਹੁੰਦੇ ਨੇ ਕਿ ਜਪਜੀ ਸਾਹਿਬ ਪੜ੍ਹਨਾ ਸ਼ੁਰੂ ਕੀਤਾ ਸੀ, ਆਪਾਂ ਤੇ ਝੱਟ ਹੀ ਸਮਾਪਤ ਕਰ ਲਿਆ, ਸਾਨੂੰ ਤੇ ਪਤਾ ਨਹੀਂ ਲੱਗਾ ਸੁਖਮਨੀ ਸਾਹਿਬ ਕਿਹੜੇ ਵੇਲੇ ਹੋ ਗਿਆ। ਉਹਦਾ ਕਾਰਨ, ਜੇ ਤੇ ਤੁਹਾਡੀ ਆਤਮਿਕ ਅਵਸਥਾ ਹੈ ਬੜੀ ਪਹੁੰਚੀ ਹੋਈ, ਫਿਰ ਤਾਂ ਬਾਤ ਹੈ ਵੱਖਰੀ। ਪਰ ਜੇ ਹੱਥ ਵਿੱਚ ਪੋਥੀ ਫੜ ਕੇ, ਗੁਟਕਾ ਸਾਹਿਬ ਫੜ ਕੇ ਕੇਵਲ ਜ਼ੁਬਾਨ ਬੋਲਦੀ ਪਈ ਹੈ ਤੇ ਮਨ ਕਿਸੇ ਹੋਰ ਪਾਸੇ ਲੱਗਾ ਹੈ, ਫਿਰ ਸੱਚਮੁੱਚ ਹੀ ਪਤਾ ਨਹੀਂ ਲੱਗਣਾ ਵੀ ਬਾਣੀ ਪੜ੍ਹੀ ਕਦੋਂ ਗਈ। ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਇਹ ਬੜਾ ਪਿਆਰਾ ਸੁਨੇਹਾ ਦਿੱਤਾ ਹੈ। ਬਾਣੀ ਵਿੱਚ ਬੋਲ ਆਉਂਦੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਇਕਾਗਰਤਾ ਦੇ ਨਾਲ, ਬੜੇ ਪਿਆਰ ਦੇ ਨਾਲ ਅਸੀਂ ਜਦੋਂ ਸੰਸਾਰੀ ਕਿਰਤਕਾਰ ਕਰਦੇ ਹਾਂ ਨਾ, ਤੇ ਅਸੀਂ ਬੜਾ ਧਿਆਨ ਰੱਖਦੇ ਹਾਂ। ਇੱਕ ਕਾਰੋਬਾਰੀ ਬੰਦਾ ਆਪਣੀ ਇਨਵੈਸਟਮੈਂਟ ਕਰਨ ਲੱਗਿਆ 100 ਚੀਜ਼ਾਂ ਸੋਚਦਾ ਹੈ ਵੀ ਜਿੱਥੇ ਪੈਸਾ ਲਾ ਰਿਹਾ ਹੈ ਉਥੋਂ ਮੈਨੂੰ ਪ੍ਰੋਫਿਟ ਕਿੰਨਾ ਹੋਵੇਗਾ, ਲਾਭ ਕਿੰਨਾ ਹੋਵੇਗਾ, ਕਿੰਨੇ ਚਿਰ ਵਿੱਚ ਕਿੰਨੀ ਕਮਾਈ ਵੱਧ ਕਰ ਸਕਦਾ। ਤੇ ਜਦੋਂ ਬਾਣੀ ਪੜ੍ਹਨ ਦੀ ਗੱਲ ਆਵੇ, ਜਦੋਂ ਸਤਿਗੁਰੂ ਦੇ ਦਰਬਾਰ ਵਿੱਚ ਆਉਣ ਦੀ ਗੱਲ ਆਵੇ, ਉਦੋਂ ਅਸੀਂ ਕਾਹਲ ਕਿਉਂ ਕਰ ਜਾਂਦੇ? ਉਦੋਂ ਵੀ ਪਿਆਰ ਵਿਖਾਈਏ ਨਾ, ਉਦੋਂ ਵੀ ਸਨੇਹ ਤੇ ਮੁਹੱਬਤ ਉਹ ਵਿਖਾਈਏ ਜਿਹੜੀ ਸਾਰੇ ਸੰਸਾਰ ਦੇ ਪਦਾਰਥਾਂ ਤੋਂ, ਰਿਸ਼ਤੇਦਾਰਾਂ ਤੋਂ ਉੱਪਰਲੀ ਸਿਖਰ ਦੀ ਹੋਵੇ, ਉਤਲੇ ਲੈਵਲ ਦੀ ਹੋਵੇ। ਕਿਉਂਕਿ ਇੱਥੇ ਦਾ ਵਿਖਾਇਆ ਹੋਇਆ ਸਨੇਹ ਤੁਹਾਨੂੰ ਲੋਕ ਤੇ ਪਰਲੋਕ ਦੋਹੀਂ ਜਹਾਨੀ ਸੁਖਾਲਾ ਕਰ ਸਕਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਤਾਂ ਅੱਗੇ ਵਚਨ ਕੀਤਾ, ਗੁਰ ਕਾ ਦਰਸ਼ਨ ਸੰਚੋ ਹਰ ਧਨ। ਪਹਿਲਾ ਵਚਨ ਇਹ ਕਿ ਅਸੀਂ ਸ਼ਬਦ ਦੇ ਨਾਲ ਇਸ ਮਨ ਦੀ ਘਾੜਤ ਨੂੰ ਘੜਨਾ ਹੈ। ਸ੍ਰੇਸ਼ਟ ਘਾੜਤ ਸ਼ਬਦ ਦੁਆਰਾ ਘੜੀ ਜਾਵੇਗੀ। ਤੇ ਦੂਸਰੀ ਪੰਕਤੀ ਵਿੱਚ ਕਿਰਪਾ ਕੀਤੀ, ਗੁਰ ਕਾ ਦਰਸ਼ਨ ਸੰਚੋ ਹਰ ਧਨ। ਹੁਣ ਗੁਰੂ ਸ਼ਬਦ ਦੇ ਵਿੱਚੋਂ ਗੁਰੂ ਦੇ ਦੀਦਾਰ ਦਰਸ਼ਨ ਕਰਨੇ ਨੇ ਤੇ ਨਾਮ ਧਨ ਨੂੰ ਇਕੱਠਿਆਂ ਕਰਨਾ। ਨਾਮ ਧਨ ਇਕੱਠਿਆਂ ਕਰਨਾ ਸਿੱਖ ਨੇ। ਦੋ ਤਰ੍ਹਾਂ ਦਾ ਧਨ ਹੈ, ਇੱਕ ਨੂੰ ਕੱਚਾ ਧਨ ਕਿਹਾ ਗਿਆ, ਇੱਕ ਨੂੰ ਸੱਚਾ ਧਨ ਕਿਹਾ ਗਿਆ। ਕੱਚੇ ਧਨ ਦੀ ਪ੍ਰਥਾਏ ਆਪਾਂ ਕਿੰਨੀਆਂ ਉਦਾਹਰਣਾਂ ਦੇ ਸਕਦੇ ਹਾਂ। ਕੱਚੇ ਧਨ ਤੋਂ ਭਾਵ ਹੈ ਕਿ ਜੋ ਅਸੀਂ ਸੰਸਾਰਿਕ ਤੌਰ ਦੇ ਉੱਤੇ ਕਿਰਤਕਾਰ ਕਰਕੇ 4 ਛਿੱਲੜਾਂ ਕਮਾ ਲਈਆਂ, ਉਹ ਸਾਥ ਦੇਣ ਵਾਲਾ ਨਹੀਂ, ਉਹ ਕੱਚਾ ਹੈ। ਉਹਦਾ ਸਾਥ ਤੁਸੀਂ ਸदैव ਨਹੀਂ ਮਾਣ ਸਕਦੇ। ਪਰ ਇਹਦਾ ਭਾਵ ਇਹ ਵੀ ਨਹੀਂ ਹੈ ਵੀ ਸਿੱਖ ਨੇ ਉਪਰਾਮ ਹੋ ਕੇ ਜਾਂ ਉਦਾਸ ਹੋ ਕੇ ਇਸ ਧਨ ਦੇ ਨਾਲੋਂ ਆਪਣਾ ਨਾਤਾ ਤੋੜ ਲੈਣਾ। ਨਹੀਂ ਭਾਈ, ਸਿੱਖ ਨੂੰ ਤੇ ਪਹਿਲਾ ਉਪਦੇਸ਼ ਹੀ ਕਿਰਤ ਦਾ ਪ੍ਰਾਪਤ ਹੋਇਆ ਹੈ, ਤੇ ਜਿਹੜਾ ਕਿਰਤ ਕਰੇਗਾ, ਮਿਹਨਤ ਮਸ਼ੱਕਤ ਕਰੇਗਾ, ਉਹਨੂੰ ਧਨ ਤਾਂ ਜ਼ਰੂਰ ਪ੍ਰਾਪਤ ਹੋਵੇਗਾ ਨਾ। ਅਸਲ ਦੇ ਵਿੱਚ ਇਹ ਹੈ ਕਿ ਆਪਣੀ ਬਿਰਤੀ ਦੇ ਵਿੱਚ ਇਸ ਗੱਲ ਨੂੰ, ਵਿਚਾਰ ਨੂੰ ਨਹੀਂ ਲਿਆਉਣਾ ਕਿ ਇਸ ਧਨ ਦੇ ਨਾਲ ਹੀ ਦੋਹੀਂ ਜਹਾਨੀ ਭਲਾ ਹੋਣਾ। ਮਹਾਰਾਜ ਕਹਿੰਦੇ ਨੇ ਇਹ ਜਿਹੜਾ ਇਦਾਂ ਦੀ ਬਿਰਤੀ ਲੈ ਆਵੇ ਨਾ ਵੀ ਕੇਵਲ ਦੁਨਿਆਵੀ ਧਨ ਹੀ ਸ੍ਰੇਸ਼ਟ ਹੈ, ਉਹਨੂੰ ਸਤਿਗੁਰੂ ਨੇ ਆਖਿਆ ਕਾਚਾ ਧਨ ਸੰਚੈ ਮੂਰਖ ਗਾਵਾਰ। ਇੱਕ ਪਾਸੇ, ਇੱਕ ਪਾਸੜ ਧਨ ਨੂੰ, ਕੇਵਲ ਦੁਨਿਆਵੀ ਧਨ ਵਿਆਜਣ ਵਾਲੇ ਨੂੰ ਮਹਾਰਾਜ ਜੀ ਨੇ ਮੂਰਖ ਕਹਿ ਕੇ, ਅਕਲ ਤੋਂ ਹੀਣਾ ਕਹਿ ਕੇ ਸੰਬੋਧਨ ਕੀਤਾ। ਔਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਸ ਧਨ ਦੀ ਪਤਾ ਕੀ ਊਣਤਾਈ ਹੈ? ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਇਹ ਧਨ ਜਿਹੜਾ ਝੂਠ ਹੈ, ਜਿਹਨੇ ਸदैव ਸਾਥ ਨਹੀਂ ਨਿਭਾਉਣਾ, ਇਹ ਨਾ ਤੇ ਸਦਾ ਕੋਲ ਟਿਕਦਾ ਹੈ ਤੇ ਨਾ ਫਿਰ ਆਤਮਾ ਦਾ ਸਾਥੀ ਬਣ ਕੇ ਵਿਚਰਦਾ। ਤੇ ਫਿਰ ਮਨ ਦੇ ਵਿੱਚ ਆਵੇਗਾ ਮਹਾਰਾਜ ਸੱਚਾ ਧਨ ਕਿਹੜਾ? ਤਾਂ ਸਾਹਿਬ ਸੱਚੇ ਪਾਤਸ਼ਾਹ ਆਖਦੇ ਨੇ ਸੱਚਾ ਧਨ ਹੈ ਗੁਰੂ ਕੇ ਬਚਨਾਂ ਦਾ, ਗੁਰੂ ਦੇ ਸ਼ਬਦ ਦਾ, ਗੁਰੂ ਦੇ ਦੀਦਾਰ ਵਿੱਚੋਂ ਪ੍ਰਾਪਤ ਹੋਈ ਬਰਕਤ ਦਾ ਧਨ ਹੈ ਸੱਚਾ। ਮਹਾਰਾਜ ਉਹਦੀ ਉਦਾਹਰਣ ਤਾਂ ਸਾਹਿਬ ਆਖਿਆ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੇ ਜਾਲੇ।
ਇਨਸਾਨ ਸੰਸਾਰ ਤੇ ਕਿਰਤਕਾਰ ਕਰਦਾ ਹੈ, ਕਮਾਈ ਕਰਦਾ ਹੈ, ਬਹੁਤ ਧਨ ਕਮਾ ਲੈਂਦਾ ਹੈ, ਪਰ ਜਦੋਂ ਸਰੀਰ ਤੇ ਆਤਮਾ ਦਾ ਵਿਛੋੜਾ ਪੈਂਦਾ ਹੈ, ਜਦੋਂ ਸੰਸਾਰ ਤੋਂ ਪ੍ਰਾਣੀ ਚਲਿਆ ਜਾਂਦਾ ਹੈ, ਕੋਈ ਵੇਖਿਆ ਇਦਾਂ ਦਾ ਵੀ ਜਿਹਦੇ ਨਾਲ ਉਹਦੇ ਪਰਿਵਾਰ ਨੇ ਉਹਦੇ ਧਨ ਨੂੰ ਵੀ ਅਗਨੀ ਦਿੱਤੀ ਹੋਵੇ? ਨਹੀਂ। ਸਾਹਿਬ ਦੀ ਬਾਣੀ ਆਖਿਆ, ਖਸਮ ਮਰੇ ਤੋਂ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੇ। ਇਹ ਨਾਮ ਧਨ ਜਿਹੜਾ ਸੰਸਾਰੀ ਧਨ ਹੈ, ਇਹ ਸਾਂਭਣ ਵਾਲੇ ਬਹੁਤ ਨੇ, ਬਥੇਰੇ ਨੇ, ਇਹਦੇ ਤੇ ਹੱਕ ਕੋਈ ਦੂਜਾ ਧੀਆਂ ਪੁੱਤਰ ਪਤਨੀ ਜਤਾ ਸਕਦੇ ਨੇ, ਪਰ ਜਦੋਂ ਨਾਮ ਦੀ ਗੱਲ ਆਵੇਗੀ, ਨਾਮ ਧਨ ਦੀ, ਸਾਹਿਬ ਆਖਿਆ ਉਹਦੀ ਵਡਿਆਈ ਇਹ ਹੈ ਕਿ ਇਹ ਨਾਮ ਧਨ ਆਤਮਾ ਦਾ ਸਾਥੀ ਹੋ ਕੇ ਚੱਲਦਾ। ਇਹ ਜਿਨ ਕਮਾਇਆ ਹੈ ਉਹਦੇ ਨਾਲ ਚੱਲੇਗਾ। ਤਾਂ ਹੀ ਸਾਹਿਬ ਆਖਿਆ ਨਾ, ਗੁਰ ਕਾ ਬਚਨ ਬਸੈ ਜੀ ਨਾਲੇ। ਜਿੰਦ ਨਾਲ, ਆਤਮਾ ਦੇ ਨਾਲ ਗੁਰੂ ਕੇ ਬਚਨਾਂ ਰੂਪੀ ਕਮਾਇਆ ਹੋਇਆ ਧਨ ਵਸਦਾ ਹੈ। ਫਿਰ ਅੱਗੇ ਉਦਾਹਰਣ ਵੀ ਦਿੱਤੀ ਹੈ, ਜਲ ਨਹੀਂ ਡੂਬੇ। ਜਲ ਪਾਣੀ ਦੇ ਵਿੱਚ ਸਰੀਰ ਡੁੱਬਦੇ ਨੇ, ਪਾਣੀ ਦੇ ਵਿੱਚ ਵੱਡੇ ਵੱਡੇ ਰੁੱਖ ਡੁੱਬ ਜਾਂਦੇ ਨੇ, ਵੱਡੇ ਵੱਡੇ ਪਹਾੜਾਂ ਦੇ ਉੱਤੋਂ ਦੀ ਪਾਣੀ ਫਿਰ ਸਕਦਾ ਹੈ, ਪਰ ਨਾਮ ਧਨ ਕਮਾਇਆ ਹੋਵੇ ਜਿੰਦ ਨੇ, ਆਤਮਾ ਨੇ, ਉਹਨੂੰ ਪਾਣੀ ਨਹੀਂ ਡੋਬ ਸਕਦਾ। ਜਲ ਨਹੀਂ ਡੂਬੇ, ਤਸਕਰ ਨਹੀਂ ਲੇਵੈ। ਤਸਕਰ ਕਹਿੰਦੇ ਨੇ ਚੋਰ ਨੂੰ। ਚੋਰ ਆਵੇਗਾ, ਉਹ ਤੁਹਾਡੇ ਲਾਕਰ ਵਿੱਚ ਪਏ ਹੋਏ, ਤੁਹਾਡੀ ਅਲਮਾਰੀ ਵਿੱਚ ਪਏ ਹੋਏ ਕਿਸੇ ਧਨ ਨੂੰ, ਕਿਸੇ ਗਹਿਣੇ ਨੂੰ, ਸੋਨੇ ਨੂੰ ਚੁਰਾਏਗਾ, ਪਰ ਤੁਹਾਡੇ ਹਿਰਦੇ ਵਿੱਚ ਜਿਹੜਾ ਗਹਿਣਿਆਂ ਤੋਂ ਕੀਮਤੀ, ਲਾਲਾਂ ਤੋਂ, ਰਤਨਾਂ ਤੋਂ ਕੀਮਤੀ ਨਾਮ ਪਿਆ, ਉਹ ਤੇ ਨਹੀਂ ਨਾ ਚੁਰਾ ਸਕਦਾ। ਬਾਣੀ ਵਿੱਚ ਸਾਹਿਬ ਆਖਿਆ, ਮਾਣਕ ਮੋਤੀ ਨਾਮ ਪ੍ਰਭ ਉਹਨੂੰ ਲੱਗੈ ਨਾਹੀ ਸੰਨ। ਜਿਹੜਾ ਨਾਮ ਮਾਣਕਾਂ ਤੋਂ ਮਹਿੰਗਾ, ਮੋਤੀਆਂ ਤੋਂ ਮਹਿੰਗਾ, ਉਹਨੂੰ ਕੋਈ ਸੰਨ ਭਾਵ, ਉਹਨੂੰ ਕੋਈ ਚੋਰੀ ਨਹੀਂ ਕਰ ਸਕਦਾ, ਉਹਨੂੰ ਕੋਈ ਸੰਨ ਨਹੀਂ ਲੱਗਦੀ। ਤੇ ਤੀਜੀ ਉਦਾਹਰਣ ਦਿੱਤੀ, ਭਾਏ ਨਾ ਸਾਕੇ ਜਾਲੇ। ਭਾਏ ਕਹਿੰਦੇ ਨੇ ਅੱਗ ਨੂੰ। ਹੁਣ ਸਰੀਰ ਦੀ ਵਿਧੀ ਇਹ ਹੈ ਕਿ ਆਪੋ ਆਪਣੀ ਮਰਿਆਦਾ ਦੇ ਅਨੁਸਾਰ ਆਪਾਂ ਜਿਵੇਂ ਸਰੀਰ ਨੂੰ ਜਿਹੜਾ ਹੈ ਉਹ ਚਿਖਾ ਤੇ ਰੱਖ ਕੇ ਅਗਨੀ ਦੇ ਦਈਦੀ ਹੈ ਮ੍ਰਿਤਕ ਦੇ ਸਰੀਰ ਨੂੰ, ਉਹਦਾ ਸਰੀਰ ਹੀ ਸੜਦਾ ਹੈ ਨਾ। ਜੇ ਉਸ ਸਰੀਰ ਨੇ ਆਪਣੀ ਜ਼ਿੰਦਗੀ ਵਿੱਚ ਵਿਚਰਦਿਆਂ ਹੋਇਆਂ ਨਾਮ ਜਪਿਆ ਹੋਵੇਗਾ, ਉਹ ਨਾਮ ਤੇ ਨਾਲ ਸੜ ਕੇ ਸਵਾਹ ਨਹੀਂ ਨਾ ਹੋਣ ਲੱਗਾ, ਬਿਲਕੁਲ ਨਹੀਂ, ਕਦੇ ਵੀ ਨਹੀਂ ਹੋਵੇਗਾ। ਸਾਹਿਬ ਆਖਿਆ, ਨਾਮ ਦੀ ਬਰਕਤ ਵਡਿਆਈ ਹੀ ਇਸ ਪ੍ਰਕਾਰ ਦੀ ਹੈ ਕਿ ਇਸ ਨਾਮ ਦੇ ਕਰਕੇ ਜੀਵਨ ਸदैव ਕਾਲ ਵਾਸਤੇ ਅਮਰ ਹੋ ਜਾਂਦਾ ਹੈ। ਆਪਾਂ ਰੋਜ਼ ਅਰਦਾਸ ਕਰਦੇ ਹਾਂ, ਰੋਜ਼ ਅਰਦਾਸ ਦੇ ਵਿੱਚ ਨਾਮ ਜਪਣ ਵਾਲਿਆਂ ਨੂੰ ਯਾਦ ਕੀਤਾ ਜਾਂਦਾ ਹੈ, ਰੋਜ਼ਾਨਾ ਅਰਦਾਸ ਦੇ ਵਿੱਚ ਬੰਦਗੀ ਭਗਤੀ ਵਾਲਿਆਂ ਨੂੰ ਯਾਦ ਕੀਤਾ ਜਾਂਦਾ ਹੈ। ਔਰ ਇਹ ਅਰਦਾਸ ਕਦੇ ਪੁਰਾਣੀ ਨਹੀਂ ਹੋਵੇਗੀ, ਉਹ ਨਾਮ ਜਪਣ ਵਾਲਿਆਂ ਦੀ ਯਾਦ ਕਦੇ ਵੀ ਧੁੰਦਲੀ ਨਹੀਂ ਹੋਵੇਗੀ, ਕਿਉਂਕਿ ਯਾਦ ਉਹਨਾਂ ਦੀ ਖਤਮ ਹੁੰਦੀ ਹੈ ਜਿਨ੍ਹਾਂ ਨੇ ਕੁਝ ਕਮਾਇਆ ਨਹੀਂ, ਵਿਆਜਿਆ ਨਹੀਂ ਆਤਮਿਕ ਤੌਰ ਤੇ। ਜਿਹੜੇ ਆਤਮਿਕ ਤੌਰ ਤੇ ਪ੍ਰਭੂ ਨਾਮ ਨਾਲ ਜੁੜ ਗਏ, ਸੰਸਾਰ ਭਾਵੇਂ ਕਿੰਨੇ ਯੁੱਗ ਹੰਢਾ ਲਵੇ, ਉਹਨਾਂ ਦੀ ਵਡਿਆਈ, ਉਹਨਾਂ ਦੀ ਸ਼ੋਭਾ ਨੂੰ ਘੱਟ ਨਹੀਂ ਕੀਤਾ ਜਾ ਸਕਦਾ। ਇਹ ਸੰਸਾਰੀ ਬੰਦੇ ਹੈ ਕਿ ਆਉਂਦੇ ਜਾਂਦੇ ਨੇ ਤੇ ਉਹਨਾਂ ਦਾ ਨਾਮ ਵੀ ਮਿਟ ਜਾਂਦਾ ਹੈ। ਰੱਬ ਦੇ ਪਿਆਰਿਆਂ ਦੀ ਹੋਂਦ ਸदैव ਬਰਕਰਾਰ ਰਹਿੰਦੀ ਹੈ। ਆਪਾਂ ਭਗਤ ਸਾਹਿਬਾਨ ਜੀ ਦੀ ਬਾਣੀ ਪੜ੍ਹਦੇ ਹਾਂ, ਆਪਾਂ ਰੱਬ ਦੇ ਪਿਆਰਿਆਂ ਦੇ ਇਤਿਹਾਸ ਵਿੱਚੋਂ ਦਰਸ਼ਨ ਕਰਦੇ ਹਾਂ। ਉਹਨਾਂ ਨੂੰ ਅੱਜ ਤੱਕ ਲੋਕ ਹੁਣ ਵੀ ਯਾਦ ਕਰਦੇ ਨੇ, ਪਿਛਾਂ ਵੀ ਯਾਦ ਕਰਦੇ ਰਹੇ, ਤੇ ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਦੀ ਵਡਿਆਈ ਨਿਰੰਤਰ ਚੱਲਦੀ ਰਹੇਗੀ। ਆਪਾਂ ਰੋਜ਼ ਬਚਨ ਪੜ੍ਹਦੇ ਹਾਂ ਨਾ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ, ਹਰਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਗੱਲ ਇਹ ਹੈ, ਸਿਧਾਂਤ ਇਹ ਹੈ ਵੀ ਪਰਮੇਸ਼ਰ ਨੂੰ ਸਿਮਰਨਾ ਹੈ, ਉਹਨੂੰ ਧਿਆਉਣਾ ਹੈ। ਉਹਨੂੰ ਧਿਆਉਣ ਵਾਲਿਆਂ ਨੂੰ ਸदैव ਇੱਕ ਤੇ ਉਹਦੀ ਪ੍ਰਤਪਾਲਣਾ ਮਿਲਦੀ, ਉਹਨਾਂ ਦੀ ਰਾਖੀ ਆਪ ਕਰਦਾ ਹੈ। ਦੂਜਾ, ਕਦੀ ਵੀ ਸੰਸਾਰ ਦੇ ਨਕਸ਼ੇ ਤੋਂ ਉਹਨਾਂ ਦੀ ਯਾਦ ਨੂੰ ਧੁੰਦਲਿਆਂ ਨਹੀਂ ਹੋਣ ਦਿੰਦਾ। ਸਾਹਿਬ ਆਖਿਆ, ਗੁਰੂ ਦੇ ਦੀਦਾਰ ਕਰੀਏ, ਗੁਰੂ ਦੇ ਦਰਸ਼ਨ ਕਿਸ ਪ੍ਰਕਾਰ ਕਰਨੇ ਨੇ, ਇਹ ਵੀ ਬਾਤ ਸਮਝ ਲਈਏ, ਕਿਉਂਕਿ ਇੱਕ ਦਰਸ਼ਨ ਹੈ ਇਹਨਾਂ ਨੇਤਰਾਂ ਨਾਲ ਕਰ ਲੈਣੇ ਜਿਹੜੇ ਤੁਸੀਂ ਹੁਣ ਕਰ ਰਹੇ ਹੋ। ਇਹ ਆਪਾਂ ਗੁਰੂ ਦਰਬਾਰ ਵਿੱਚ ਆਏ, ਜੋੜਾ ਉਤਾਰ ਦਿੱਤਾ, ਪੈਰ ਧੋਤੇ, ਯਥਾ ਸ਼ਕਤ ਭੇਟਾ ਹਾਜ਼ਰ ਕੀਤੀ, ਮਹਾਰਾਜ ਜੀ ਦੇ ਅੱਗੇ ਸੀਸ ਨਿਵਾਲਿਆ, ਗੁਰੂ ਦੇ ਦੀਦਾਰ ਕਰ ਲਏ। ਇੱਕ ਦਰਸ਼ਨ ਇਹ ਹੈ। ਪਰ ਇੱਕ ਇਹ ਹੈ ਵੀ ਆਪਣੀ ਸੁਰਤ ਨੂੰ ਸ਼ਬਦ ਵਿੱਚ ਜੋੜ ਕੇ ਗੁਰੂ ਦੇ ਦੀਦਾਰ ਕਰ ਲਈਏ, ਜਿਹਨੂੰ ਬਾਣੀ ਦੇ ਵਿੱਚ ਇਉਂ ਆਖਿਆ, ਸਤਿਗੁਰ ਨੂੰ ਸਭ ਕੋ ਵੇਖਦਾ,
जेता जगत संसार, डिठै मुक्त ना होवई, जिचर शब्द ना करे विचार। जे कोई ये आखे भी इकल्ला बाहरी दर्शनां दे नाल ही साडा भला हो जावे, सानू बाणी पढ़न दी लोड़ नहीं, सानू किसी तरह गुरु की सिक्ख्या ते अमल करन दी लोड़ नहीं, सानू शब्द दी कमाई करन दी लोड़ नहीं, सानू नाम रूपी धन नू विहाजण दी लोड़ जरूरत कोई नहीं है। नहीं भाई, ये फिर साडी भुल होवेगी। आपां बाहरी दीदार भी करने हैं, पर आपां अंतर गुर आराधना दी बिरती नू भी धारण करना है। आपां हिरदे विच भी ध्याउणा। आपां जिस सतगुरु दे दीदार जिन्ने चाव नाल बाहरी नेत्रां नाल उद्यम नाल कर रहे हैं ना, उन्ना ही उद्यम करना भी इस सतगुरु की बाणी नू भी जरूर पढ़ना है, क्योंकि इस बाणी दे विचों ही ते सानू जीवन की जाच प्राप्त होनी है भी असी जिंदगी नू जिउणा किवें है, साडी जिंदगी नू जिउण दा ढंग की होवे। हुण जदों गुरु के दीदार करदिआं आपां शब्द सुरत दा मेल बनावांगे ते फिर उथों हरी धन दी, नाम रूपी धन दी प्राप्ति हो जाएगी। तो महाराज जी ने अगे बचन कीते, ऊतम मत मेरा हृदय तू आओ, ध्यावों गावों गुण गोविंदा, अत प्रीतम मोहे लागै नाओ रहाओ। ये पंक्तियां शब्द का केंद्री भाव है। भाव सारे शब्द का सेंट्रल आइडिया जो विचार है वो इन्हां पंक्तियां अंदर सतगुरु सच्चे पातशाह समझा रहे ने कि जदों शब्द दे नाल मन जुड़ जावे, जदों मन की घाड़त शब्द दे द्वारा घड़ी जाएगी, फिर गुरु दे दीदार विचों हरि नाम रूपी धन की प्राप्ति होवन तो बाद उत्तम मत जिहड़ी श्रेष्ठ मत है, एक है संसारी मत, जिन्हों संसार विच समाज विच सिखाउण वास्ते बहुत लोग ने तुहाडे आले दुआले। एक माँ बाप अपने बच्चे नूं समाज दे हाण दा बनाउण वास्ते उहदा रुख स्कूल वाले पासे नूं कर दिंदे ने, ते बच्चा स्कूल जांदा है, संसारी विद्या हासिल करदा है, हौली हौली उहनूं विद्या दी समझ आउंदी, वो स्कूल तो पास हो कालज ते यूनीवर्सिटी वाले पासे नूं तुरदा है। क्यों? क्योंकि वह श्रेष्ठ मत समाजिक तौर के उत्ते हासिल करनी चाहुंदा, वो पढ़ाई करनी चाहुंदा भी मैं समाज दे हाण दा हो के विचरां। पर साहिब कहंदे ने एक ते समाज दे हाणी बनना चंगी गल है, पर गुरु सिद्धांत दे अनुसार समाज विच विचरदियां होइयां निरंकार दे देश दे वासी बनन वास्ते शब्द नाल जुड़ना पवेगा, और जो शब्द नाल जुड़नगे उन्हां दी श्रेष्ठ मत बन आवेगी। और इस श्रेष्ठ मत नूं गुरु दे कोलों प्राप्त करिए, गुरु दे कोलों ये श्रेष्ठ मत प्राप्ति वास्ते अरदास करिए, क्योंकि जदों ये मत साडे हिरदे वसेगी ना, जिवें संसार दी मत स्कूल तो कालज तो यूनीवर्सिटी तो लै लई ते उन्हें साडे नाम नूं कोई ना कोई डिग्री दे देनी है, कोई वकील बन गया पढ़ के, कोई डॉक्टर बन गया, कोई किसी होर तरह का आफिसर बन गया। पर जदों श्रेष्ठ मत विवेक बुद्ध लै करके आपां नाम जपांगे, साहिब कहंदे ने फिर उत्थे पता की प्राप्त हुंदा, ध्यावूं गावूं गुण गोविंदा, अत प्रीतम मोह लागै नाओ। भाव उस श्रेष्ठ मत दे सदके हिरदे विच रब जी दे नाम नूं जपना, जुबान तो गाउणा, ते ओह हरि अकाल पुरख वाहिगुरु जिहड़ा गुणां दा खजाना है, जिहदे गुणां दा पारावार अंत ही कोई नहीं है, ओहदा नाम सानू प्यारा लगन लग पवेगा। नाम नाल साडा प्रेम स्नेह बनेगा। संसारी तौर दे उत्ते बंदा रिश्ते नातियां दे मोह माया विच फस के कहिंदा भी फलाना मेरे बड़े प्यार वाला, मेरे बड़े स्नेह वाला। संसार दी चका चौंध विच विचरदा होया बंदा पदार्थां नूं खा के खर्च के विहाज के खाण पीण तक सीमित रह के गल कह दिंदा है भी मैनू बड़ा आनंद आउंदा है, मैनू बड़ा स्नेह ते प्यार है, मैनू पदार्थ बड़े चंगे लगदे ने। पर जदों आपां बाणी पढ़ांगे ना ते बाणी सानू इस गल दा सुनेहा देवेगी, भलिया तू पदार्थां दी दुनिया तो अगे हो के वेख। बाबा फरीद साहिब जी जदों उन्हां नूं रब्बी नाम दी समझ आई ना, जदों असल दे विच संसार दे विच विचरदियां होइयां प्रभु दे प्यार दी चिणग हिरदे विच लग गई,
ਤੇ ਉਹਨਾਂ ਨੇ ਆਪਣੀ ਰਸਨਾ ਤੋਂ ਬੋਲ ਕੇ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਸੰਸਾਰ ਨੇ ਮਿਠਾਸ ਦੇ ਵਿੱਚ ਪਦਾਰਥਾਂ ਨੂੰ ਗਿਣਿਆ, ਰੱਬ ਦੇ ਪਿਆਰਿਆਂ ਨੇ ਮਿਠਾਸ ਵਿੱਚ ਸ੍ਰੇਸ਼ਟ ਨਿਰੰਕਾਰ ਦੇ ਨਾਮ ਨੂੰ ਗਿਣ ਲਿਆ। ਬਾਬਾ ਫਰੀਦ ਸਾਹਿਬ ਆਖਣ ਲੱਗੇ, ਦੁੱਧ ਵਿੱਚ ਮਿਠਾਸ ਬੜੀ, ਸ਼ੱਕਰ ਵਿੱਚ ਮਿਠਾਸ ਬਹੁਤ ਹੈ, ਮਿਸ਼ਰੀ ਮਿੱਠੀ, ਕਿੰਨਾ ਕੁਝ ਹੈ, ਸ਼ਹਿਦ ਮਿੱਠਾ ਹੈ, ਪਰ ਕਹਿਣ ਲੱਗੇ ਇਹ ਸਾਰਾ ਕੁਝ ਸੰਸਾਰ ਦੇ ਤਲ ਤੇ ਮਿੱਠਾ ਹੈ। ਜਿਸ ਮਿਠਾਸ ਦੇ ਅਸਲ ਰਸ ਨੂੰ ਮੈਂ ਮਾਣਿਆ ਉਹ ਪ੍ਰਭੂ ਦਾ ਨਾਮ ਹੈ, ਤੇ ਉਸ ਨਾਮ ਨੂੰ ਮੰਨਣ ਤੋਂ ਬਾਅਦ ਇਹ ਗੱਲ ਸਮਝ ਵਿੱਚ ਆਈ ਹੈ ਕਿ ਰੱਬ ਦੇ ਨਾਮ ਦੇ ਸਾਹਮਣੇ ਸੰਸਾਰੀ ਪਦਾਰਥ ਇਹ ਤੇ ਕੋਈ ਵੀ ਹਸਤੀ ਨਹੀਂ ਰਖਾਉਂਦੇ, ਉਹ ਤੇ ਨਾਮ ਹੀ ਸਭ ਤੋਂ ਮਿਠਾਸ ਭਰਿਆ। ਪਰ ਇਹ ਨਾਮ ਸਾਡੇ ਹਿਰਦੇ ਨੂੰ ਚੰਗਾ ਲੱਗੇ, ਇਹ ਬਾਣੀ ਸਾਨੂੰ ਹਿਰਦੇ ਕਰਕੇ ਪੜਨ ਦੀ ਮੱਤ ਮਿਲ ਜਾਵੇ, ਤੇ ਇਹ ਮੱਤ ਕੇਵਲ ਗੁਰੂ ਦੇ ਕੋਲੋਂ ਪ੍ਰਾਪਤ ਹੋਵੇਗੀ। ਇਸੇ ਵਾਸਤੇ ਬਾਰ-ਬਾਰ ਬਾਣੀ ਪੜਨ ਤੇ ਸਤ ਸੰਗਤ ਕਰਨ ਨੂੰ ਪ੍ਰੇਰਿਆ ਜਾਂਦਾ ਹੈ। ਵੇਖੋ ਆਪਾਂ ਅੱਜ ਸਮਾਂ ਭਾਵੇਂ ਬੜਾ ਐਡਵਾਂਸ ਹੈ, ਔਰ ਇਹ ਗੱਲ ਆਪਾਂ ਕਹਿ ਵੀ ਦਿੰਨੇ ਆ ਕਿ ਦਰਸ਼ਨ ਹੀ ਕਰਨੇ ਆ, ਚਲੋ ਆਪਾਂ ਟੀਵੀ ਤੇ ਬੈਠਿਆਂ ਕਰ ਲਵਾਂਗੇ, ਚਲੋ ਆਪਾਂ ਮੋਬਾਈਲ ਫੋਨ ਖੋਲ ਕੇ ਕੀਰਤਨ ਸੁਣ ਲਵਾਂਗੇ। ਭਾਈ ਚੰਗੀ ਗੱਲ ਹੈ, ਤੁਸੀਂ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਟੀਵੀ ਤੇ ਜਾਂ ਮੋਬਾਈਲ ਤੇ ਕੀਰਤਨ ਸੁਣਦੇ ਹੋ, ਤੁਸੀਂ ਬਾਣੀ ਪੜ੍ਹਦੇ ਹੋ, ਪਰ ਨਾਲ ਨਾਲ ਜੋ ਮਹਾਤਮ ਤੁਹਾਨੂੰ ਇੱਥੇ ਸਾਖਸ਼ਾਤ ਦੀਦਾਰ ਕਰਕੇ ਪ੍ਰਾਪਤ ਹੋਣਾ ਹੈ ਨਾ, ਉਹ ਦੂਜੀ ਤਰ੍ਹਾਂ ਪ੍ਰਾਪਤ ਨਹੀਂ ਹੋ ਸਕਦਾ। ਇੱਥੇ ਤੁਹਾਡਾ ਮਨ ਨੇ ਨਿਮਰਤਾ ਦੇ ਵਿੱਚ ਆਉਣਾ ਹੈ, ਇੱਥੇ ਤੁਹਾਡੀ ਆਤਮਿਕ ਅਵਸਥਾ ਬਦਲ ਜਾਣੀ ਹੈ, ਕਿਉਂਕਿ ਇੱਥੇ ਸਾਰੇ ਇੱਕ ਬਿਰਤੀ ਲੈ ਕਰਕੇ ਹੱਥ ਜੋੜ ਕੇ ਗੁਰੂ ਦੇ ਅੱਗੇ ਤਰਲਾ ਲੈ ਰਹੇ ਨੇ। ਹੋ ਸਕਦਾ ਕਿਸੇ ਦੇ ਜੁੜੇ ਹੋਏ ਹੱਥਾਂ ਵੱਲ ਵੇਖ ਕੇ ਸਾਡੇ ਵੀ ਮਨ ਦੇ ਅੰਦਰ ਕਿਤੇ ਐਸਾ ਪ੍ਰਭਾਵ ਬਣ ਜਾਵੇ ਵੀ ਆਪਾਂ ਗੁਰੂ ਦੇ ਕੋਲੋਂ ਆਪਣੇ ਔਗਣੀ ਬਖਸ਼ਾ ਲਈਏ, ਕਿਤੇ ਸਾਨੂੰ ਗੁਰੂ ਦੇ ਦੀਦਾਰ ਉਹ ਪ੍ਰਾਪਤ ਹੋ ਜਾਵਣ ਕਿ ਸਾਨੂੰ ਸ਼ਬਦ ਦੀ ਸਮਝ ਆ ਜਾਵੇ। ਇਸ ਵਾਸਤੇ ਸਤ ਸੰਗਤ ਕਰਨ ਨੂੰ ਬੜੀ ਮਹਾਨਤਾ ਦਿੱਤੀ ਗਈ ਹੈ। ਸੰਗਤ ਦਾ ਹੀ ਅਸਰ ਹੈ ਕਿ ਸੰਗਤ ਦੇ ਅਸਰ ਕਰਕੇ ਹੀ ਸਾਡੇ ਜੀਵਨ ਦੀ ਜਿਹੜੀ ਅਵਸਥਾ ਹੈ ਨਾ, ਉਹ ਬਹੁਤ ਜ਼ਿਆਦਾ ਤਰੀਕੇ ਚੰਗੇ ਤਰੀਕੇ ਨਾਲ ਬਦਲ ਜਾਂਦੀ ਹੈ। ਸਾਹਿਬ ਨੇ ਫਿਰ ਬਚਨ ਕੀਤੇ, ਤ੍ਰਿਪਤ ਅਗਾਵਨ ਸਾਚੈ ਨਾਏ 68 ਮਜਨ ਸੰਤ ਧੂਰਾਏ। ਇਸ ਹਿੰਦੁਸਤਾਨ ਦੀ ਧਰਤੀ ਦੇ ਉੱਤੇ 68 ਤੀਰਥਾਂ ਦਾ ਬੜਾ ਵੱਡਾ ਮਹਾਤਮ ਰਿਹਾ ਸਨਾਤਨ ਦੇ ਅੰਦਰ। ਪਰ ਸਤਿਗੁਰੂ ਨੂੰ ਪੁੱਛੀਏ, ਮਹਾਰਾਜ ਸਿੱਖ ਦੇ ਵਾਸਤੇ ਕਿਹੜਾ ਤੀਰਥ, ਕਿਹੜੀ ਪੂਜਾ ਵਡਿਆਉਣ ਯੋਗ ਹੈ, ਤਾਂ ਸਾਹਿਬ ਕਹਿੰਦੇ ਨੇ ਵੀ ਰੱਬ ਦੇ ਪਿਆਰੇ ਗੁਰੂ ਦੀ ਦਿੱਤੀ ਹੋਈ ਸਿੱਖਿਆ ਦੇ ਉੱਤੇ ਚੱਲ ਲਈਏ, 68 ਤੀਰਥਾਂ ਦਾ ਮਹਾਤਮ ਪ੍ਰਾਪਤ ਹੋ ਜਾਵੇਗਾ। ਕਿਉਂਕਿ ਗੁਰੂ ਦੀ ਦਿੱਤੀ ਹੋਈ ਸਿੱਖਿਆ, ਸਾਹਿਬ ਦੀ ਬਾਣੀ ਇਹ ਗੱਲ ਸਾਨੂੰ ਸੁਨੇਹਾ ਦਿੰਦੀ। ਸਾਹਿਬ ਕਹਿੰਦੇ, ਪੂਜਾ ਕੀਚੈ ਨਾਮ ਧਿਆਈਐ ਵਿਣ ਨਾਵੈ ਪੂਜ ਨਾ ਹੋਏ। ਆਪਾਂ ਨੇ ਬੰਦਗੀ ਭਗਤੀ ਕੀ ਕਰਨੀ, ਆਪਾਂ ਨਾਮ ਵਿੱਚ ਜੁੜਨਾ ਹੈ। ਬਾਹਰੀ ਪੂਜਾ ਤੋਂ ਹਟ ਕੇ ਅੰਤਰੀਵ ਤੌਰ ਦੇ ਉੱਤੇ ਸ਼ਬਦ ਨਾਲ ਜੁੜ ਕੇ ਆਪਣੇ ਜੀਵਨ ਨੂੰ ਕਮਾਉਣਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਤ੍ਰਿਪਤ ਅਗਾਵਨ ਸਾਚੈ ਨਾਏ। ਕੇਵਲ ਨਾਮ ਹੀ ਹੈ ਜਿਹਨੂੰ ਜਪਣ ਦੇ ਸਦਕਾ ਬੰਦੇ ਦੀ ਤ੍ਰਿਸ਼ਨਾ ਖਤਮ ਹੋ ਸਕਦੀ ਹੈ। ਪਦਾਰਥਾਂ ਨੂੰ ਵਿਆਜਣ ਤੋਂ ਬਾਅਦ ਕੋਈ ਬੰਦਾ ਇਹ ਕਹਿੰਦਾ ਨਹੀਂ, ਤੁਸੀਂ ਸੁਣਿਆ ਹੋਵੇਗਾ ਵੀ ਮੈਂ ਪਦਾਰਥਾਂ ਨਾਲ ਰੱਜ ਗਿਆ। ਨਹੀਂ ਭਾਈ, ਪਦਾਰਥਾਂ ਦੀ ਬਿਰਤੀ ਇਹ ਹੈ, ਭਾਵੇਂ ਤੁਸੀਂ ਆਪਣਾ ਮਨ ਭਾਉਂਦਾ ਭੋਜਨ ਦਿਹਾੜੀ 'ਚ 4 ਵਾਰਾਂ ਛਕੋ, ਪਰ ਤੁਸੀਂ ਇਸ ਗੱਲ ਦਾ ਦਾਅਵਾ ਕਰ ਸਕਦੇ ਹੋ ਵੀ ਅੱਜ 4 ਵਾਰਾਂ ਛਕਿਆ, ਕੱਲ ਨੂੰ ਜ਼ਰੂਰਤ ਨਹੀਂ ਪਏਗੀ। ਨਹੀਂ, ਕੱਲ ਨੂੰ ਤੁਹਾਡਾ ਪੇਟ ਫਿਰ ਮੰਗੇਗਾ। ਜੋ ਤੁਹਾਨੂੰ ਮਨ ਭਾਉਂਦਾ ਹੈ ਨਾ, ਉਹਨੂੰ ਬਾਰ-ਬਾਰ ਤੁਸੀਂ ਖਾਣ ਦਾ ਪਹਿਨਣ ਦਾ ਯਤਨ ਕਰੋਗੇ ਤੇ ਤ੍ਰਿਪਤੀ ਕਿੱਥੇ ਹੋਈ, ਉਹ ਤੇ ਹੋਰ ਦੀ ਤਮਾ ਪੈਦਾ ਹੋ ਗਈ। ਇਸੇ ਤਰ੍ਹਾਂ ਬੰਦੇ ਦਾ ਬਾਹਰੀ ਤੌਰ ਦੇ ਉੱਤੇ ਧਨ ਨੂੰ ਕਮਾਉਣਾ ਹੈ। ਜਿਹਨੇ ਅੱਜ 1000 ਕਮਾ ਲਿਆ, ਉਹਦੀ ਸੂਈ 10,000 ਤੇ ਜਾ ਖਲੋਂਦੀ ਹੈ। ਜਿਹੜਾ 10,000 ਕਮਾ ਗਿਆ, ਉਹ ਲੱਖ ਵਾਲੇ ਪਾਸੇ ਤੁਰ ਪੈਂਦਾ, ਲੱਖਾਂ ਵਾਲਾ ਕਰੋੜਾਂ ਵਾਲੇ ਬੰਨੇ ਦੀ ਸੋਚਦਾ। ਤੇ ਫਿਰ ਇਹ ਸਾਰਾ ਕੁਝ ਨਿਬੜੇ ਕਿਵੇਂ? ਤਾਂ ਸਾਹਿਬ ਦਾ ਇੱਕ ਬੋਲ ਚੇਤੇ ਵਿੱਚ ਕਰੀਏ। ਸਾਹਿਬ ਆਖਦੇ ਨੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਜੇ ਸਾਰੀਆਂ ਭੁੱਖਾਂ ਤਨ ਦੀਆਂ ਮਨ ਦੀਆਂ
ਜੇ ਤੁਹਾਡੇ ਤਨ ਵਿੱਚ ਬਾਰ-ਬਾਰ ਪੈਦਾ ਹੋਣ ਵਾਲੀ ਤ੍ਰਿਸ਼ਨਾ ਨੂੰ ਖਤਮ ਕਰਨਾ ਹੈ ਤੇ ਨਾਮ ਨੂੰ ਆਪਣੇ ਜੀਵਨ ਦਾ, ਗੁਰ ਸ਼ਬਦ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਓ, ਕਿਉਂਕਿ ਇੱਕ ਨਾਮ ਰੂਪੀ ਭੋਜਨ ਹੀ ਹੈ ਜਿਹਨੂੰ ਬਾਣੀ ਨੇ ਆਖਿਆ ਤ੍ਰਿਪਤ ਭਈ ਸੱਚ ਭੋਜਨ ਖਾਇਆ। ਸਾਹਿਬ ਕਹਿੰਦੇ ਨੇ ਤ੍ਰਿਪਤੀ ਹੋ ਜਾਂਦੀ, ਮਨ ਰੱਜ ਜਾਂਦਾ ਹੈ ਜਦੋਂ ਸੱਚੇ ਨਾਮ ਵਿੱਚ ਬਿਰਤੀ ਜੁੜ ਜਾਂਦੀ ਹੈ। ਔਰ ਜਦੋਂ ਕੋਈ ਨਾਮ ਵਿੱਚ ਜੁੜੇ, ਉਹ ਗੁਰੂ ਕੀ ਸਿੱਖਿਆ ਵਿੱਚ ਜੁੜ ਜਾਵੇ, ਮਾਨੋ 68 ਤੀਰਥਾਂ ਦਾ ਇਸ਼ਨਾਨ ਹੋ ਗਿਆ ਉਹਦੇ ਭਾ ਦਾ। ਸਭ ਮੈਂ ਜਾਨੋ ਕਰਤਾ ਏਕ, ਸਾਧ ਸੰਗਤ ਮਿਲ ਬੁੱਧ ਵਿਵੇਕ। ਹੁਣ ਪ੍ਰਭਾਵ ਕੀ ਹੈ ਸਤ ਸੰਗਤ ਦਾ, ਗੁਰੂ ਦੀ ਸੰਗਤ ਦਾ ਕਰਨ ਦਾ ਪ੍ਰਭਾਵ ਕੀ ਹੈ, ਸ਼ਬਦ ਵਿੱਚ ਜੁੜਨ ਦਾ ਪ੍ਰਭਾਵ ਕੀ ਹੈ? ਵੀ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਵਿੱਚ ਇੱਕ ਸਮਾਨ ਰਮਿਆ ਹੋਇਆ ਹੈ। ਇਸ ਗੱਲ ਦੀ ਸੋਝੀ ਆ ਜਾਂਦੀ ਵੀ ਕੋਈ ਵੀ ਧਰਤੀ ਦਾ ਜ਼ਰਾ, ਕੋਈ ਵੀ ਇੱਕ ਕਣ ਪ੍ਰਭੂ ਦੀ ਹੋਂਦ ਤੋਂ ਮੁਨਕਰ ਨਹੀਂ ਹੈ। ਮੈਂ ਭਾਈ ਢੇਸਾ ਜੀ ਦੀ ਸਾਖੀ ਆਪ ਜੀ ਨਾਲ ਤਾਂ ਹੀ ਸਾਂਝੀ ਕੀਤੀ ਨਾ, ਇੱਕ ਸਮਾਂ ਸੀ ਜਦੋਂ ਸੰਗਤ ਨਹੀਂ ਮਿਲੀ, ਜਦੋਂ ਉਹਨਾਂ ਨੂੰ ਗੁਰੂ ਦਾ ਸਾਥ ਨਹੀਂ ਮਿਲਿਆ ਤੇ ਕਹਿੰਦੇ ਸੀ ਰੱਬ ਹੈ ਹੀ ਨਹੀਂ ਹੈ। ਪਰ ਜਦੋਂ ਰੱਬ ਦੀ, ਗੁਰੂ ਦੀ ਪ੍ਰਾਪਤੀ ਹੋਈ, ਫਿਰ ਇਸ ਗੱਲ ਦੀ ਸਮਝ ਆਈ ਵੀ ਰੱਬ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ, ਹੋਂਦ ਹੀ ਨਹੀਂ ਬਣਾਈ ਜਾ ਸਕਦੀ, ਕੁਝ ਵੀ ਰੱਬ ਜੀ ਦੇ ਹੁਕਮ ਤੋਂ ਬਿਨਾਂ ਨਹੀਂ। ਇਹ ਸੰਗਤ ਵਿੱਚੋਂ ਉਹਨਾਂ ਨੂੰ ਸਮਝ ਆਈ, ਕਿਉਂਕਿ ਸਾਧ ਸੰਗਤ ਮਿਲ ਬੁੱਧ ਵਿਵੇਕ, ਸੰਗਤ ਵਿੱਚ ਬਹਿ ਕੇ ਵਿਵੇਕ ਮਤ ਪ੍ਰਾਪਤ ਹੁੰਦੀ ਹੈ। ਇੱਕ ਹੈ ਬੰਦੇ ਦੀ ਸਿਆਣਪ ਜਿਹਨੂੰ ਉਹ ਆਪਣੀ ਅਕਲ ਕਹਿ ਲੈਂਦਾ, ਇੱਕ ਹੈ ਵਿਵੇਕ ਮਤ ਜਿਹੜੀ ਗੁਰੂ ਦੇ ਕੋਲੋਂ ਪ੍ਰਾਪਤ ਕਰਨੀ। ਰੋਜ਼ਾਨਾ ਅਰਦਾਸ ਵਿੱਚ ਆਪਾਂ 7 ਦਾਨ ਮੰਗਦੇ ਹਾਂ, ਉਹਨਾਂ 7 ਦਾਨਾਂ ਦੇ ਵਿੱਚੋਂ ਇੱਕ ਦਾਨ ਵਿਵੇਕ ਦਾਨ ਵੀ ਹੈ, ਕਿ ਪ੍ਰਵੀਨ ਮਤ, ਸਿਆਣੀ ਮਤ ਸਾਨੂੰ ਜਿਹੜੀ ਹੈ ਉਹ ਪ੍ਰਾਪਤ ਹੋ ਜਾਵੇ। ਦਾਸ ਸਗਲ ਕਾ ਛੋੜ ਅਭਿਮਾਨ, ਨਾਨਕ ਕਉ ਗੁਰ ਦੀਨੋ ਦਾਨ। ਹੁਣ ਗੁਰੂ ਨੇ ਕਿਰਪਾ ਕੀਤੀ, ਜਦੋਂ ਗੁਰੂ ਸ਼ਬਦ ਵਿੱਚ ਮਨ ਜੁੜ ਗਿਆ, ਗੁਰੂ ਦੇ ਆਸ਼ੇ ਅਨੁਸਾਰ ਜ਼ਿੰਦਗੀ ਨੂੰ ਬਤੀਤ ਕਰ ਰਹੇ ਆ, ਤਾਂ ਗੁਰੂ ਇੱਕ ਦਾਨ ਦਿੰਦੇ ਨੇ ਸਤਿਗੁਰੂ ਤਰਸ ਕਰਕੇ, ਕਿ ਮਨ ਦੇ ਵਿੱਚੋਂ ਹਉਮੈ ਹੰਗਤਾ ਚਲੀ ਜਾਂਦੀ ਹੈ ਤੇ ਫਿਰ ਸਿੱਖ ਸਭਨਾਂ ਦਾ ਦਾਸ ਸੇਵਕ ਬਣ ਕੇ, ਨਿਮਰਤਾ ਦੀ ਮੂਰਤ ਬਣ ਕੇ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਂਦਿਆਂ ਹੋਇਆਂ, ਆਪਣੇ ਜੀਵਨ ਨੂੰ ਬਸਰ ਕਰਦਿਆਂ ਲੋਕ ਤੇ ਪਰਲੋਕ ਨੂੰ ਸੁਹੇਲੇ ਬਣਾ ਲੈਂਦਾ। ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ। ਅੱਜ ਦੇ ਪਾਵਨ ਪਵਿੱਤਰ ਇਸ ਸ਼ਬਦ ਦੇ ਅੰਦਰ ਮਹਾਰਾਜ ਜੀ ਨੇ ਸਾਨੂੰ ਸੁਨੇਹਾ ਦਿੱਤਾ, ਭਾਈ ਗੁਰਸਿੱਖਾ ਸ਼ਬਦ ਨਾਲ ਜੁੜ, ਸ਼ਬਦ ਨਾਲ ਜੁੜ ਕੇ ਆਪਣੇ ਮਨ ਦੀ ਘਾੜਤ ਨੂੰ ਸੁਚੱਜੇ ਰੂਪ ਅੰਦਰ ਘੜ, ਗੁਰੂ ਦੇ ਸ਼ਬਦ ਨਾਲ ਜੁੜਿਆ ਹੋਇਆਂ ਤੈਨੂੰ ਨਾਮ ਧਨ ਦੀ ਪ੍ਰਾਪਤੀ ਹੋਵੇਗੀ। ਇਸ ਨਾਮ ਧਨ ਦੀ ਪ੍ਰਾਪਤੀ ਸਦਕਾ ਸਭਨਾਂ ਵਿੱਚ ਵਸਦਾ ਹੋਇਆ ਕਰਤਾ ਪੁਰਖ ਵਾਹਿਗੁਰੂ, ਉਹਦਾ ਨਾਮ ਪਿਆਰਾ ਲੱਗੇਗਾ, ਉਹਦੀ ਹੋਂਦ ਨੂੰ ਮਹਿਸੂਸ ਕਰੇਗਾ। ਤੇਰੇ ਜੀਵਨ ਦੇ ਵਿੱਚੋਂ ਤੌਖਲੇ, ਤਮਾ, ਲੋਭ, ਲਾਲਚ ਔਗਣ ਚਲੇ ਜਾਵਣਗੇ ਤੇ ਜੀਵਨ ਬਹੁਤ ਜ਼ਿਆਦਾ ਸੁਚੱਜਾ ਬਣ ਜਾਵੇਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨਾ, ਬਚਨ ਗੁਰੂ ਕੇ ਜਾਣ ਕੇ ਆਪ ਜੀ ਨੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰਨਾ। ਕੋਟਾਨ ਕੋਟ ਸ਼ੁਕਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਕਿਰਪਾ ਬਖਸ਼ਿਸ਼ ਕੀਤੀ ਹੈ, ਉਦਮ ਬਖਸ਼ਿਆ, ਆਪ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਸਕਿਆ। ਆਪ ਸਮੂਹ ਸੰਗਤਾਂ ਦਾ ਧੰਨਵਾਦ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਦੇ ਸਮੁੱਚੇ ਪ੍ਰਬੰਧ ਦਾ ਧੰਨਵਾਦ। ਹੋਈਆਂ ਭੁੱਲਾਂ ਲਈ ਖਿਮਾ, ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰਿਓ ਜੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਦਾਸ ਸਗਲ ਕਾ ਛੋੜ ਅਭਿਮਾਨ, ਨਾਨਕ ਕਉ ਗੁਰ ਦੀਨੋ ਦਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸਤ ਸੰਗਤ ਜੀਓ, ਐਤਵਾਰ ਵਾਲੇ ਦਿਨ ਸੰਗਤ ਕੁਝ ਜ਼ਿਆਦਾ ਹੁੰਦੀ ਹੈ। ਤੁਸੀਂ ਵੇਖ ਰਹੇ ਹੋ ਗੁਰਪੁਰਬ ਵਾਂਗ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ।
ਸੋ ਇੱਕ ਦੂਜੇ ਦਾ ਸਹਿਯੋਗ ਕਰਨਾ ਜ਼ਰੂਰੀ ਹੈ ਤਾਂ ਕਿ ਗੁਰੂ ਦਰਬਾਰ ਦੀ ਸ਼ੋਭਾ ਵੀ ਬਣੀ ਰਹੇ। ਬਾਹਰ ਗੱਡੀਆਂ ਇਉਂ ਪਾਰਕ ਕਰਿਆ